पंजाब ਦੇ ਵਿੱਚ ਤੁਹਾਨੂੰ ਪਤਾ ਜੀ ਸੜਕਾਂ ਜਾਮ ਕੀਤੀਆਂ ਹੋਈਆਂ ਨੇ, ਟੋਲ ਪਲਾਜ਼ੇ ਬੰਦ ਕੀਤੇ ਗਏ ਨੇ, ਰੇਲਾਂ ਤੇ ਵੀ ਉਹ ਕਿਸਾਨ ਬੈਠਾ ਜਿਹੜਾ ਕਿ ਖੇਤਾਂ ਦੇ ਵਿੱਚ ਦਿਨ ਰਾਤ ਮਿਹਨਤ ਕਰਦਾ ਹੈ। ਸੋ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਜੀ? ਪਰ ਸਰ ਜਿਹੜੇ ਤਿੰਨ ਜਿਹੜੇ ਬਿੱਲ ਸੀ ਹੁਣ ਕਾਨੂੰਨ ਬਣ ਗਏ, ਕੀ ਲੱਗਦਾ ਕਿ ਕਿਤੇ ਨਾ ਕਿਤੇ ਇਹਨਾਂ ਵਿੱਚ ਥੋੜੀ ਜਿਹੀ ਗਲਤੀ ਰਹਿ ਗਈ? बड़े मसले हल हो जाते टेबल ते आके डिस्कस करना चाहिए, गोष्ठी करनी चाहिए, डिबेट करनी चाहिए है। पंजाब के पिंडां दे हालात ने जिहड़ा 2.5-3 किले वाला जिमीदार है ना, वो तो जो आपकी फसल वढ़दा तो मंगवा ट्रैक्टर चाहे वह गुआढ़ी का लैंदा चाहे किसी का शरीके चो लैंदा, फिर उहदे ते लैके मंडी जाता है। सो दूर जाने की तो गल बड़ी दूर की गल है। वो कहते भी हंसराज हंस तो RSS ने भेजा है। मैं कोई ਇੱਥੇ ਕੋਈ ਸਿਆਸਤ 'ਚ ਉਜੜਿਆ ਹੀ ਆ ਮੈਂ। ਪਰ ਸਰ ਤੁਸੀਂ ਕਿਹਾ ਵੀ ਇਹਨਾਂ ਨੇ ਨੱਥ ਪਾਈ ਹੈ, ਪਰ ਸਰਜੀਕਲ ਸਟ੍ਰਾਈਕ ਤਾਂ ਸਾਰੇ ਮੀਡੀਆ ਨੇ ਦਿਖਾ ਦਿੱਤਾ ਯਾਰ ਇੱਕ ਫੇਕ ਸੀ। ਆਖੋ ਇਹਨਾਂ ਨੂੰ ਉਜੜੇ ਕਰੀ ਜਾਣ, ਹੁਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ? ਇਹ ਤਾਂ ਬੜਾ ਭੈੜਾ ਮੁਲਕ ਹੋ ਚੁੱਕਾ। ਦੋਸਤੋ, देश के आर्थिक समाजिक और राजनीतिक हालात बड़े बुरे दौर चों गुजर रहे हैं। ये कहना है कुछ बुद्धिजीवियों का। जे मैं गल करा पंजाब की, सो इस समय तुहानूं पता है पंजाब दे विच जिहड़े खेती बल हुण कानून बन चुके हैं, उन्हां नूं लैके अज भी भंबल भुस्सा जारी है। थां थां प्रदर्शन हो रहे हैं, किसानां वल्लों रेलां जाम कीतियां गईयां ने, सड़कां ते धरने लाए जा रहे हैं, टोल प्लाजे तक बंद किए जा रहे हैं। सो इस संबंधी जिहड़े बिल पास होए ने, इस संबंधी गलबात करन लई साडे नाल ਉੱਘੇ ਸਿਆਸਤਦਾਨ ਅਤੇ ਜਿਨ੍ਹਾਂ ਨੂੰ ਰਾਜ ਗਾਇਕ ਦੀ ਉਪਾਧੀ ਵੀ ਹਾਸਲ ਹੈ, ਤੁਸੀਂ ਸਮਝ ਹੀ ਗਏ ਹੋਵੋਗੇ। ਮੈਂ ਗੱਲ ਕਰ ਰਿਹਾ ਹੰਸਰਾਜ ਹੰਸ ਦੀ ਜੀ। ਸਵਾਗਤ ਹੈ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ। ਆਇਆਂ ਨੂੰ ਔਰ ਤੁਹਾਡੇ ਵਿਊਵਰਸ ਨੂੰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਬਾ ਅਦਬ ਸਤਿ ਸ੍ਰੀ ਅਕਾਲ। ਸਰ ਪਹਿਲਾ ਸਵਾਲ, ਜਿਹੜੇ ਹਾਲਾਤ ਹੁਣ ਪੰਜਾਬ ਦੇ ਜਾਂ ਦੇਸ਼ ਦੇ ਬਣੇ ਹੋਏ ਨੇ, ਹੰਸਰਾਜ ਹੰਸ ਕਿਸ ਤਰੀਕੇ ਬਚਦੇ ਨੇ? ਸਭ ਤੋਂ ਪਹਿਲਾਂ ਤਾਂ ਮੈਂ ਪ੍ਰੇ ਕਰਦਾ, ਅਰਦਾਸ ਕਰਦਾ ਸਾਰੇ ਮੁਲਕ ਲਈ, ਹਿੰਦੁਸਤਾਨ ਲਈ। ਉਸ ਤੋਂ ਬਾਅਦ ਕਿਉਂਕਿ ਆਪਾਂ ਪੰਜਾਬੀ ਹਾਂ, ਪੰਜਾਬ 'ਚ ਜੰਮੇ ਹਾਂ, ਪੰਜਾਬ 'ਚ ਹੀ ਪਲੇ, ਪੰਜਾਬ ਦਾ ਖੂਨ ਪੰਜਾਬ ਦਾ ਹੀ ਰਿਜ਼ਕ ਆ, ਇਸ ਕਰਕੇ ਆਪਾਂ ਪੰਜਾਬ ਨਾਲ ਕੰਸਰਨਡ ਆ। ਬੇਸ਼ੱਕ ਮੈਂ MP ਦਿੱਲੀ ਤੋਂ ਬਣਿਆ, ਲੇਕਿਨ ਆਪਣੇ ਦੇਸ਼ ਪੰਜਾਬ, ਆਪਣਾ ਸਟੇਟ ਪੰਜਾਬ, ਇਹਦੇ ਲਈ ਮੈਂ ਅਰਦਾਸ ਵੀ ਕਰਦਾ। ਔਰ ਇਹ ਜਲਦੀ ਜਲਦੀ ਜਿਹੜੇ ਵੀ ਮਸਲੇ ਹੈ ਇਹਨਾਂ ਨੂੰ ਹੱਲ ਹੋ ਜਾਣਾ ਚਾਹੀਦਾ, ਵਾਈਂਡ ਅਪ ਹੋ ਜਾਏ ਇਨ ਟਾਈਮ ਤਾਂ ਵਧੀਆ ਹੈ। ਤੇ ਇਸ ਮੌਸਮ ਵਿੱਚ ਜਿੱਥੇ ਕਰੋਨਾ ਦੀ ਮਾਰ ਵੀ ਪੈ ਰਹੀ ਹੈ ਜੀ, ਤੇ ਬੜੇ ਮੂਵਮੈਂਟ ਹੋਈਆਂ, ਲੇਕਿਨ ਕਈ ਤਰ੍ਹਾਂ ਦੇ ਸੰਕਟ 'ਚੋਂ ਅਸੀਂ ਗੁਜ਼ਰ ਰਹੇ ਹਾਂ। ਬਾਰਡਰ ਦੇ ਨਾਲ ਲੱਗਦੀ ਸਾਡੀ ਸਟੇਟ ਹੈ, ਉੱਤੋਂ ਕਰੋਨਾ ਦੀ ਮਹਾਮਾਰੀ ਫੈਲੀ ਹੋਈ ਹੈ, ਕਈ ਤਰ੍ਹਾਂ ਦੀਆਂ ਗੱਲਾਂ ਤੋਂ ਡਰ ਲੱਗਦਾ। ਇਸ ਕਰਕੇ ਮੇਰਾ ਦਿਲ ਕਰਦਾ ਜਲਦੀ ਮਾਲਕ ਸੋਲਵ ਕਰੇ ਤਾਂ ਕਿ ਲੋਕੀ ਘਰੋਂ ਘਰੀ ਬੈਠਣ। ਸਰ ਤੁਸੀਂ ਗੱਲ ਕੀਤੀ ਪੰਜਾਬ ਦੀ। ਪੰਜਾਬ ਦੇ ਵਿੱਚ ਤੁਹਾਨੂੰ ਪਤਾ ਜੀ ਸੜਕਾਂ ਜਾਮ ਕੀਤੀਆਂ ਹੋਈਆਂ ਨੇ, ਟੋਲ ਪਲਾਜ਼ੇ ਬੰਦ ਕੀਤੇ ਗਏ ਨੇ, ਰੇਲਾਂ ਤੇ ਵੀ ਉਹ ਕਿਸਾਨ ਬੈਠਾ ਜਿਹੜਾ ਕਿ ਖੇਤਾਂ ਦੇ ਵਿੱਚ ਦਿਨ ਰਾਤ ਮਿਹਨਤ ਕਰਦਾ ਹੈ। ਸੋ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਜੀ? ਬਹੁਤ ਉਦਾਸ ਵੀ ਹਾਂ, ਪਰੇਸ਼ਾਨ ਵੀ ਹਾਂ। ਮੈਂ ਇਸੇ ਕਰਕੇ ਆਇਆ। ਮੈਂ ਨਾ ਵੀ ਆਉਂਦਾ ਤਾਂ ਚੱਲਦਾ ਸੀ ਜੀ, ਕਿਉਂਕਿ ਮੇਰੀ ਕੌਂਸਟੀਚੁਐਂਸੀ ਤਾਂ ਦਿੱਲੀ 'ਚ ਹੈ, ਲੇਕਿਨ ਮੈਨੂੰ ਪੰਜਾਬ ਦਾ ਹੇਜ ਆ, ਮੁਹੱਬਤ ਆ। ਸਾਡਾ ਪੰਜਾਬੀਆਂ ਦਾ ਸੁਭਾਅ ਹੀ ਆ, ਭਾਵੇਂ ਕੈਨੇਡਾ ਚਲ ਜਾਓ, ਉੱਥੇ ਜਾ ਕੇ ਜਿੱਤ ਜਾਓ, MLA ਬਣ ਜਾਓ, MP, ਭਾਵੇਂ ਵਲੈਤ, ਭਾਵੇਂ ਅਮਰੀਕਾ, ਭਾਵੇਂ ਆਸਟ੍ਰੇਲੀਆ, ਜਿੱਥੇ ਮਰਜ਼ੀ ਚਲ ਜਾਓ। ਮੈਂ ਤਾਂ ਦਿੱਲੀ ਤੋਂ ਬਣਿਆ। ਸਾਡਾ ਦਿਲ ਫਿਰ ਇਹੀ ਕਰਦਾ ਕਿ ਜਿੱਤ ਜੁੱਤ ਕੇ ਵੀ ਆਪਣੇ ਪਿੰਡ ਹੀ ਆਈਏ। ਸੋ ਉਸ ਰਿਸ਼ਤੇ ਦੇ ਨਾਲ ਮੈਂ ਆਇਆ ਅਤੇ ਮੈਂ ਇਹੀ ਅਪੀਲ ਕਰਨ ਆਇਆ ਕਿ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਅਤੇ ਜਿਹੜੇ ਵੀ ਉਹਨਾਂ ਨੂੰ ਸਪੋਰਟ ਕਰਦੇ ਆ, ਉਹਨਾਂ ਦਾ ਇੱਕ ਡੈਲੀਗੇਟ ਬਣੇ, ਕਮੇਟੀ ਬਣੇ। ਔਰ ਮੈਨੂੰ ਹੁਣ ਮਾਲਕ ਨੇ ਇੰਨੀ ਕੁ ਜੋਗਾ ਕਰ ਦਿੱਤਾ ਕਿ ਮੈਂ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਦੇ ਕੋਲ ਉਹਨਾਂ ਨੂੰ ਲੈ ਜਾਵਾਂਗੇ ਆਪਾਂ ਜੀ। ਔਰ 1 to 1 ਟੇਬਲ ਟਾਕ ਹੋਣੀ ਚਾਹੀਦੀ ਆ। ਦੇਖੋ बड़े मसले हल हो जाते टेबल ते आके जी, डिस्कस करना चाहिए, गोष्ठी करनी चाहिए, डिबेट करनी चाहिए है। तो मैं तो इस इन्नी क जोगा आ, मैं यही अपील ही करना है। पर सर ਜਿਹੜੇ ਤਿੰਨ ਜਿਹੜੇ ਬਿੱਲ ਸੀ ਹੁਣ ਕਾਨੂੰਨ ਬਣ ਗਏ, ਕੀ ਲੱਗਦਾ ਕਿ ਕਿਤੇ ਨਾ ਕਿਤੇ ਇਹਨਾਂ ਵਿੱਚ ਥੋੜੀ ਜਿਹੀ ਗਲਤੀ ਰਹਿ ਗਈ? ਉਹ ਕਾਨੂੰਨ ਦੇ ਵਿੱਚ MSP ਵਾਲਾ ਤਾਂ ਮਾਮਲਾ ਉਹਨਾਂ ਨੇ ਹੱਲ ਕਰਤਾ, ਅਨਾਉਂਸ ਵੀ ਕਰਤਾ, ਠੀਕ ਹੈ ਸਰ। ਜੇ ਉਹ ਰਿਟਰਨ 'ਚ ਦਿੱਤਾ ਜਾਵੇ ਤਾਂ ਕਿਸਾਨਾਂ ਦੀ ਮੇਨ ਮੰਗ ਇਹ ਹੈ ਜੀ। ਤਦੇ ਤਾਂ ਮੈਂ ਕਹਿੰਦਾ ਚੱਲੀਏ ਆਪਾਂ ਜੀ। ਆਪਾਂ ਮੈਨੂੰ ਨਹੀਂ ਚੰਗਾ ਲੱਗਦਾ ਕਿ ਐਡੇ ਖੱਬੀ ਖਾਨ
ਸੋਹਣੀਆਂ ਦਸਤਾਰਾਂ ਤੇ ਗੁਫਤਾਰਾਂ ਵਾਲੇ ਲੋਕ ਲਾਈਨਾਂ ਤੇ ਭੁੱਖਣ ਭਾਣੇ ਨੰਗੇ ਪਿੰਡੇ ਬੈਠਣ, ਸਾਡੀਆਂ ਬੇਟੀਆਂ ਬੈਠੀਆਂ ਹੋਣ ਸੜਕਾਂ ਤੇ, ਸਾਡੇ ਬੱਚੇ ਔਰ ਕਲਾਕਾਰ ਵੀ ਨਾਲ ਸਪੋਰਟ ਕਰਦੇ ਆ, ਸਾਰੇ ਲੋਕ ਆਪਣੇ ਚੈਨ ਨਾਲ ਰਹਿਣ, ਸਕੂਨ ਨਾਲ ਰਹਿਣ। ਤੇ ਬਾਕੀ ਆਪਸ਼ਨ ਹੈ ਮੰਡੀ ਲਿਜਾਣਾ ਮੰਡੀ ਲਿਜਾਓ, ਜੈਂਟਸ ਪ੍ਰਾਈਵੇਟ ਵੇਚਣਾ ਪ੍ਰਾਈਵੇਟ ਵੇਚੋ, ਕਿਸੇ ਹੋਰ ਸਟੇਟ 'ਚ ਵੇਚਣਾ ਹੋਰ ਸਟੇਟ। ਜਿਹੜੀ ਵਿੱਚ ਕੋਈ ਕਮੀ ਆ ਤੇ ਉਹ ਫਿਰ ਸਾਹਿਬ ਨਾਲ ਸਿੱਧੀ ਗੱਲ ਕਰਦੇ ਆ ਜਾ ਕੇ। ਸਰ ਤੁਸੀਂ ਕਿਹਾ ਹੋਰ ਸਟੇਟ 'ਚ ਵੇਚਣਾ, ਜਿੱਥੇ ਤੁਸੀਂ ਵੇਚਣਾ ਚਾਹੋ। ਸਰ ਪੰਜਾਬ ਦੇ ਪਿੰਡਾਂ ਦੇ ਹਾਲਾਤ ਇਹ ਨੇ, ਜਿਹੜਾ 2.5-3 ਕਿੱਲੇ ਵਾਲਾ ਜ਼ਿਮੀਂਦਾਰ ਹੈ ਨਾ, ਉਹ ਤਾਂ ਜਦੋਂ ਆਪਦੀ ਫਸਲ ਵੱਢਦਾ ਤਾਂ ਮੰਗਵਾ ਟਰੈਕਟਰ, ਚਾਹੇ ਉਹ ਗੁਆਂਢੀ ਦਾ ਲੈਂਦਾ, ਚਾਹੇ ਕਿਸੇ ਦਾ ਸ਼ਰੀਕੇ 'ਚੋਂ ਲੈਂਦਾ, ਫਿਰ ਉਹਦੇ ਤੇ ਲੈ ਕੇ ਮੰਡੀ ਜਾਂਦਾ। ਸੋ ਦੂਰ ਜਾਣ ਦੀ ਤਾਂ ਗੱਲ ਬੜੀ ਦੂਰ ਦੀ ਗੱਲ ਹੈ ਜੀ। ਹਾਂ, ਇਸ ਤਰ੍ਹਾਂ ਵੀ ਜਿਹੜੀ ਵੀ ਪ੍ਰੋਬਲਮ ਹੈ ਖੇਤੀਬਾੜੀ ਨਾਲ ਤਾਲੁਕ ਰੱਖਦੀ, ਆਪਾਂ ਡਿਸਕਸ ਹੀ ਕਰਨ ਜਾਣਾ, ਇਹੀ ਮਸਲੇ ਡਿਸਕਸ ਕਰਨ ਜਾਣਾ। ਹੋ ਸਕਦਾ ਬਿਊਰੋਕਰੇਟਸ ਨੇ ਜਾਂ ਐਡਵਾਈਜ਼ਰਸ ਨੇ ਜਾਂ ਐਕਸਪਰਟਸ ਜਿਹੜੇ ਆ ਖੇਤੀਬਾੜੀ ਦੇ, ਉਹਨਾਂ ਨੇ ਕੁਛ ਇਹ ਪੁਆਇੰਟਸ ਨਾ ਧਿਆਨ 'ਚ ਲਿਆਂਦੇ ਹੋਣ, ਆਪਾਂ ਇਹੀ ਤੇ ਧਿਆਨ ਦਿਵਾਉਣ ਲੈ ਜਾਣਾ। ਜਾਣੀ ਕਿ ਮੰਨਦੇ ਹੋ ਵੀ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਗਲਤੀ ਹੈ। ਗਲਤੀ ਕਹਿ ਲਓ ਜਾਂ ਇਹ ਕਹਿ ਲਓ ਕਿ ਰਹਿ ਗਿਆ ਕੰਮ, ਜਾਂ ਹਾਂ ਨਹੀਂ ਖਿਆਲ 'ਚ ਆਇਆ। ਜੋ ਵੀ ਹੋ ਗਿਆ ਉਹ ਆਫਟਰ ਆਲ ਐਂਡ ਆਫ ਦਾ ਡੇ ਤਾਂ ਟੇਬਲ 'ਤੇ ਹੀ ਮੁੱਕਣਾ। ਅਸੀਂ ਕਿੰਨੀ ਕੁ ਵਾਰ ਅਸੀਂ ਪੰਜਾਬੀ ਲੜੀ ਜਾਵਾਂਗੇ, ਮਰੀ ਜਾਵਾਂਗੇ, ਖਪੀ ਜਾਵਾਂਗੇ। ਥੋੜ੍ਹਾ ਨੁਕਸਾਨ ਹੋਇਆ, ਐਡੇ ਐਡੇ ਸੋਹਣੇ ਬੱਚੇ ਸਾਡੇ ਪਤਾ ਨਹੀਂ ਕਿੱਥੇ ਚਲੇ ਗਏ। ਹੁਣ ਅੱਗੋਂ ਨੁਕਸਾਨ ਤਾਂ ਆਪਾਂ ਅਫੋਰਡ ਹੀ ਨਹੀਂ ਕਰਦੇ। ਆਪਾਂ ਆਪਣੇ ਹੱਕਾਂ ਲਈ ਜ਼ਰੂਰ ਸੰਘਰਸ਼ ਕਰਨਾ ਚਾਹੀਦਾ, ਲੇਕਿਨ ਪੀਸਫੁਲੀ, ਮੁਹੱਬਤ ਨਾਲ। ਸਰ ਤੁਸੀਂ ਇਸ ਦੇ ਨਾਲ ਗਾਇਕ ਵੀ ਹੋ, ਮੰਨ ਲਓ ਕੋਈ ਗਾਇਕਾਂ 'ਤੇ ਕਾਨੂੰਨ ਬਣਦਾ ਜਾਂ ਗਾਇਕਾਂ ਦਾ ਕੋਈ ਏਕਾ ਹੁੰਦਾ, ਪਰ ਬਾਅਦ 'ਚ ਉਹਦਾ ਵਿਰੋਧ ਹੋ ਜਾਂਦਾ। ਸੋ ਇੱਦਾਂ ਹੀ ਇਹ ਜ਼ਿਮੀਂਦਾਰ ਕਹਿ ਰਹੇ ਵੀ ਸਾਨੂੰ ਇਹ ਕਾਨੂੰਨ ਚਾਹੀਦਾ ਹੀ ਨਹੀਂ। ਸੋ ਕੀ ਸਮਝ ਇਸ ਬਾਰੇ ਕੀ ਖਿਆਲ ਹੈ ਤੁਹਾਡਾ? ਗਾਇਕਾਂ ਦੀ ਰੈਲੇਵੈਂਸੀ ਵੀ ਸਮਝ ਆਉਂਦੀ, ਕਿਸਾਨਾਂ ਦੀ ਵੀ ਸਮਝ ਆਉਂਦੀ ਹੈ। ਮੈਂ ਕਿਹੜਾ ਉੱਥੇ ਜੰਮਿਆ ਕੋਈ ਉੱਧਰ, ਇੱਥੇ ਹੀ ਜੰਮੇ, ਇੱਥੇ ਖੇਤ। ਤਾਂ ਹੀ ਸਵਾਲ ਸਰ ਤੁਹਾਨੂੰ ਕੀਤੇ ਜਾ ਰਹੇ ਨੇ। ਸਾਡਾ ਖੇਤਾਂ 'ਚ ਹੀ ਅਸੀਂ ਰਹੇ ਹਾਂ ਸਾਰੀ ਜ਼ਿੰਦਗੀ, ਖੇਤ ਮਜ਼ਦੂਰ ਦਾ ਹੀ ਬੇਟਾ ਮੈਂ। ਤੇ ਗੱਲ ਸਿਰਫ ਇੰਨੀ ਆ ਕਿ ਜੋ ਵੀ ਮਸਲੇ ਆ ਆਫਟਰ ਆਲ ਦੱਸਣੇ ਚਾਹੀਦੇ ਆ ਜਾ ਕੇ। ਆਪਾਂ ਇੱਕ ਵਾਰੀ ਮੰਨ ਜਾਣ ਸਾਰੇ ਦੋਸਤ ਆਪਣੇ ਭਾਈ ਆ, ਅਸੀਂ ਇਕੱਠੇ ਹੋ ਕੇ ਜਾਵਾਂਗੇ ਉੱਥੇ ਜਾ ਕੇ, ਉਹ ਸਾਰੂ ਤਰੀਕੇ ਨਾਲ, ਇੰਟੈਲੀਜੈਂਟ ਵੇ ਨਾਲ, ਆਪਣੇ ਐਕਸਪਰਟਸ ਵੀ ਨਾਲ ਲੈ ਜਾਣ ਜੀ। ਕਈ ਵਾਰੀ ਦੱਸਣਾ ਵੀ ਨਹੀਂ ਆਪਾਂ ਨੂੰ ਆਉਂਦਾ, ਆਪਾਂ ਦੱਸਾਂਗੇ। ਔਰ ਕੋਈ ਪਾਰਟੀ ਦਾ ਹੈੱਡ, ਦੇਸ਼ ਦਾ ਹੈੱਡ, ਇਸ ਲੈਵਲ ਦਾ ਲੀਡਰ ਚਾਹੇਗਾ ਕਿ ਮੇਰਾ ਡੈਮੇਜ ਹੋ ਜਾਏ ਪੋਲੀਟੀਕਲੀ ਜਾਂ ਵੈਸੇ ਇਮੇਜ, ਉਹ ਤਾਂ ਪੰਜਾਬ ਨੂੰ ਇਗਨੋਰ ਥੋੜ੍ਹੀ ਕਰ ਸਕਦੇ ਆ। ਸਰ ਤੁਸੀਂ ਗੱਲ ਕੀਤੀ ਖੇਤਾਂ ਦੀ, ਅੱਜ ਮਾਲਕ ਨੇ ਏਡੀ ਸ਼ੋਹਰਤ ਬਖਸ਼ੀ ਹੈ, ਅੱਜ ਵੀ ਕਿਤੇ ਨਾ ਕਿਤੇ ਦਿਮਾਗ 'ਚ ਉਹ ਯਾਦਾਂ ਜੁੜੀਆਂ ਨੇ ਜਦੋਂ ਖੇਤ ਜਾਂਦੇ ਸੀ, ਜਾਂ ਤੁਸੀਂ ਕਿਹਾ ਵੀ ਮੈਂ ਆਪਦੇ ਫਾਦਰ ਸਾਹਿਬ ਨਾਲ ਜਾਂਦਾ ਸੀ, ਅੱਜ ਵੀ ਉਹ ਯਾਦਾਂ ਹੈਗੀਆਂ? ਹਾਂਜੀ, ਮੈਂ ਤਾਂ ਯਾਦਾਂ ਉਹ ਉਸ ਉਮਰ 'ਚ ਜਿਹੜੀਆਂ ਫੀਡ ਹੋ ਜਾਂਦੀਆਂ, ਸੇਵ ਹੋ ਜਾਂਦੀਆਂ ਜਾਂ ਸੰਭਾਲੀਆਂ ਜਾਂਦੀਆਂ ਇਹਦੇ ਵਿੱਚ ਕਿਸੇ ਜ਼ਿਹਨ ਦੇ ਵਿੱਚ, ਤੇ ਉਹ ਡਿਲੀਟ ਨਹੀਂ ਹੁੰਦੀਆਂ। ਮੈਨੂੰ ਅਜੇ ਵੀ ਯਾਦ ਆ, ਖੂਹ ਚੱਲ ਰਿਹਾ, ਤੂਤ ਤੇ ਫਰੂਟਸ ਲੱਗੇ ਹੋਏ ਆ, ਹਰ ਚੀਜ਼ ਫ੍ਰੀ ਮਿਲ ਰਹੀ ਆ। ਪਾਣੀ ਇਸ ਕਿਸਮ ਦਾ ਹੁੰਦਾ ਸੀ, ਸੂਰਜ ਦੇ ਉਹਦੇ ਰੇਜ਼ ਨਾਲ ਚਾਂਦੀ ਜਿੱਦਾਂ ਚਮਕ ਰਹੀ ਆ, ਉੱਥੇ ਹੀ ਨਹਾ ਲੈਣਾ। ਭੁੱਖ ਲੱਗਣੀ, ਆੜੂ ਖਾ ਲੈ, ਕਦੀ ਗਲਗਲਾਂ ਖਾ ਲਈਆਂ, ਕਦੀ ਫਾਲਸੇ, ਸਭ ਤੋਂ ਮਹਿੰਗੇ ਫਰੂਟ ਮੁਫਤ ਮਿਲਦੇ। ਕਈ ਵਾਰੀ ਇੱਦਾਂ ਕਰਨਾ, ਅਸੀਂ ਇੱਕ ਦਰਖਤ ਨੂੰ ਇੱਦਾਂ ਹਲਾਉਣਾ ਮਾਰਨਾ, ਜਾਮਣਾ ਨਾਲ ਭਰ ਲੈਣੀ ਝੋਲੀ। ਅੰਬ ਅਸੀਂ ਤੋੜ ਕੇ ਕੁੱਪ 'ਚ ਦੱਬੀ ਰੱਖਣੇ, ਵੀ ਇਹ ਥੋੜ੍ਹੇ ਪੱਕ ਜਾਊਗਾ ਤਾਂ ਫਿਰ ਖਾਵਾਂਗੇ ਦੂਜੇ ਤੀਜੇ ਦਿਨ। ਫਿਰ ਮੈਂ ਫਲੇ ਚੱਲਦੇ ਦੇਖੇ ਆ। ਅੱਛਾ ਜੀ। ਯੈਸ, ਇੱਕ ਤੋਂ ਰੁੱਗ ਜਿਹਾ ਲਾ ਕੇ ਮਸ਼ੀਨਾਂ ਆਈਆਂ ਨਾ ਜਦੋਂ ਗਾਉਣ ਲੱਗ ਪਿਆ ਇਸ ਤਰ੍ਹਾਂ। ਅਤੇ ਇਸ ਤੋਂ ਪਹਿਲਾਂ ਇੱਦਾਂ ਹੁੰਦਾ ਸੀ, ਕਣਕ ਵੱਢ ਕੇ ਇੱਦਾਂ ਰੱਖ ਦਿੱਤੀ ਜਾਂਦੀ ਸੀ, ਉਹਦੇ 'ਤੇ ਇੱਕ ਬਣਾ ਕੇ ਨਾ ਸੁਹਾਗਾ ਨਵਾਂ ਲੱਕੜ ਦਾ, ਅਤੇ ਉਹਦੇ ਫਿਰ ਬੌਲਦ ਚੱਲਦੇ ਹੁੰਦੇ ਸੀ। ਤਾਂ ਅਸੀਂ ਝੂਟੇ ਝਾਟੇ ਲੈਣ ਦੇ ਮਾਰੇ, ਮੈਨੂੰ ਮਤਲਬ ਇੱਕਦਮ ਯਾਦ ਹੈ। ਸੋ ਇਸੇ ਕਰਕੇ ਮੇਰਾ ਉੱਥੇ ਖੂਨ ਜਿਹਾ, ਜਜ਼ਬਾਤ ਜਿਹਾ ਉਬਾਲਾ ਖਾਧਾ। ਮੈਂ ਕਿਹਾ ਯਾਰ ਇੱਥੇ ਕੀ ਕਰੇਂਗਾ ਦਿੱਲੀ 'ਚ, ਚੱਲ ਚਲੀਏ ਆਪਣੇ ਦੋਸਤਾਂ ਕੋਲ। ਭਾਵੇਂ ਸਿਆਸਤ ਵਿੱਚ ਆ ਕੇ ਨਾ, ਜਦੋਂ ਸਿਆਸਤ 'ਚ ਬੰਦਾ ਆ ਜਾਂਦਾ, ਉਦੋਂ ਕੋਈ ਵੀ ਗੱਲ ਕਰੇ ਲੋਕ ਉਹਦੇ 'ਤੇ ਸ਼ੱਕ ਕਰਨ ਲੱਗ ਪੈਂਦੇ ਵੀ ਸਿਆਸੀ ਜਿਹਾ ਹੋ ਗਿਆ। ਅਤੇ ਲੇਕਿਨ ਮੈਂ ਕਿਹਾ ਮੈਂ ਆਪਣੀ ਗੱਲ ਜ਼ਰੂਰ ਰੱਖਣੀ ਆ ਕਿ ਮਿੱਤਰੋ ਪਿਆਰਿਓ, ਤੁਹਾਡੀ ਵਜ੍ਹਾ ਨਾਲ ਤੁਸੀਂ ਮੈਨੂੰ ਇਸ ਜੋਗਾ ਤਾਂ ਕਰ ਦਿੱਤਾ ਨਾ, ਅਤੇ ਮੇਰੇ ਕੋਲ ਇਹੋ ਜਿਹਾ ਪੋਰਟਫੋਲੀਓ ਤਾਂ ਹੈ ਨਹੀਂ ਗਾ ਕਿ ਮੇਰੇ ਸਾਈਨਾਂ ਨਾ ਹੋ ਜਾਏ। ਜੇ ਖਾਸ ਐਸਾ ਹੋਵੇ ਤਾਂ ਮੈਂ ਇੱਕ ਸੈਕਿੰਡ ਨਾ ਲਾਵਾਂ। ਹੁਣ ਇਹ ਮੈਂ ਕਰ ਸਕਦਾ ਕਿ ਸਾਰਿਆਂ ਨੂੰ ਇਕੱਠੇ ਕਰਕੇ ਆਪਾਂ PM ਸਾਹਿਬ ਕੋਲ ਚੱਲਦੇ ਹਾਂ। ਇਹ CM ਸਾਹਿਬ ਕੋਲ ਵੀ ਗਏ ਆ,
ਮੁੱਖ ਮੰਤਰੀ ਸਾਹਿਬ ਕੋਲ, ਕੈਪਟਨ ਸਾਹਿਬ ਕੋਲ, ਸਾਰਾ ਦਿੱਲੀ। ਇਸ ਤਰ੍ਹਾਂ ਹੀ ਆਪਣੇ ਚੁਣੇ ਹੋਏ ਲੋਕਤੰਤਰ ਹੀ ਚੁਣਦਾ, ਜਨਤਾ ਹੀ। ਉਹਨਾਂ ਨਾਲ ਗੱਲਬਾਤ ਕੀਤੀ ਹੈ ਕੋਈ, ਜਿਹੜੀਆਂ ਕੱਤੇ ਕਿਸਾਨ ਜਥੇਬੰਦੀਆਂ ਨੇ ਜਾਂ ਜਿਹੜੇ ਲੋਕ ਮੂਹਰੇ ਲੱਗੇ ਹੋਏ ਨੇ, ਕਿਸੇ ਨਾਲ ਗੱਲਬਾਤ ਹੋਈ ਹੈ ਤੁਹਾਡੀ? ਹਾਂਜੀ, ਮੇਰੀ ਹੁਣ ਹੋਣੀ ਸ਼ੁਰੂ ਹੋ ਗਈ ਹੈ। ਜਿੱਦਣ ਦੇ ਇੰਟਰਵਿਊ ਤੁਸੀਂ ਦੇਣ ਲੱਗੇ ਨਾ ਜੀ, ਤੇ ਨੰਬਰ ਵੀ ਮੈਂ ਦੱਸ ਦਿੰਦਾ ਹੁੰਦਾ ਆਪਣਾ, ਤੇ ਉਹ ਫਿਰ ਸਾਰਿਆਂ ਦੇ ਫੋਨ ਆਏ ਤੇ ਮੈਂ ਉਹਨਾਂ ਨੂੰ ਕਿਹਾ ਤੁਹਾਨੂੰ ਆਉਣ ਦੀ ਲੋੜ ਨਹੀਂ, ਮੈਨੂੰ ਤੁਸੀਂ ਬੁਲਾਓ ਜਿੱਥੇ ਮਰਜ਼ੀ, ਲੇਕਿਨ ਇਕੱਠੇ ਹੋ ਕੇ ਮੈਨੂੰ ਇੱਕ ਲਿਸਟ ਦੇ ਦਿਓ ਵੀ ਮੈਂਟਲੀ ਹੁਣ ਤੁਸੀਂ ਪ੍ਰਪੇਅਰ ਹੋ ਗਏ ਮਿਲਣ ਲਈ। ਤੇ ਉਹ ਸਮਝਦਾਰ ਹੋ ਜਾਏਗਾ, ਮੇਰਾ ਖਿਆਲ ਹੈ ਹੋ ਜਾਏਗਾ। ਸਰ ਇੱਕ ਨਾ ਮੈਂ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਵੀ ਧਰਨਾ ਸੀ, ਟੋਲ ਟੈਕਸ ਬੰਦ ਕੀਤਾ ਸੀ, ਮੈਂ ਸਾਈਡ ਤੋਂ ਗੱਡੀ ਕੱਢੀ ਤਾਂ ਉੱਤਰ ਕੇ ਇੱਕ ਗੱਲਬਾਤ ਸੁਣੀ। ਉਹ ਕਹਿੰਦੇ ਵੀ ਹੰਸਰਾਜ ਹੰਸ ਤਾਂ RSS ਨੇ ਭੇਜਿਆ ਹੈ। ਤੁਹਾਨੂੰ ਲੱਗਦਾ ਹੈ ਇਹ ਜਿਹੜੇ ਪੋਲੀਟੀਕਲ ਲੀਡਰ ਨੇ ਉਹਨਾਂ ਦੀ ਚਾਲ ਹੈ, ਆਮ ਲੋਕਾਂ ਨੂੰ ਇਸ ਤਰ੍ਹਾਂ ਕਿਹਾ ਜਾ ਰਿਹਾ? ਪਤਾ ਨਹੀਂ ਕਿਉਂ ਦੁਨੀਆ ਦੀ ਮੱਤ ਮਾਰੀ ਗਈ, ਹਰ ਬੰਦੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਆ। ਮੈਨੂੰ ਸੁਭਾਅ ਪਤਾ ਇਹਨਾਂ ਲਫ਼ਜ਼ਾਂ ਦਾ ਜਿਹੜੇ ਤੁਸੀਂ ਲੈ ਰਹੇ ਇਹ ਹੀ ਨਹੀਂ ਮੈਨੂੰ ਪਤਾ ਇਹ ਕਿਹਨੂੰ ਕਹਿੰਦੇ ਆ, ਕੀ ਕਹਿੰਦੇ ਆ। ਮੈਨੂੰ ਕਿਸੇ ਨੇ ਨਹੀਂ ਭੇਜਿਆ, ਨਾ ਮੈਂ ਕਿਸੇ ਦਾ ਭੇਜਿਆ ਆ ਤੇ ਨਾ ਕਿਸੇ ਨੇ ਮੈਨੂੰ ਬੁਲਾਇਆ ਹੀ ਆ। ਮੈਨੂੰ ਉਹ ਦਿਨ ਹੀ ਖਿੱਚ ਲਿਆ ਬੋਰਡ ਦੀ ਛਾਂ, ਸ਼ਫੀਪੁਰ ਪਿੰਡ। ਔਰ ਜੇ ਉਹ ਮੇਰਾ ਹੁਣ ਇਹ ਥੋੜ੍ਹਾ ਪੰਜਾਬ ਨੂੰ ਵੀ ਮੈਂ ਆਪਣਾ ਪਿੰਡ ਹੀ ਸਮਝਦਾ, ਆਪਣੇ ਲੋਕ ਸਮਝਦਾ ਥੋੜ੍ਹਾ। ਉਦੋਂ ਮੇਰੀ ਜ਼ਿੰਦਗੀ ਉੱਥੇ ਤੱਕ ਮਹਿਦੂਦ ਸੀ, ਫਿਰ ਸ਼ਹਿਰ ਆ ਗਿਆ। ਹੁਣ ਪੂਰੀ ਹਿੰਦੁਸਤਾਨ ਦੀ ਉਹ ਸਿਆਸਤ ਨੂੰ ਦੇਖਦੇ ਹਾਂ। ਅਗਰ ਮੇਰੀ ਸਟੇਟ 'ਚ ਕੁਛ ਹੋਵੇ ਤਾਂ ਮੇਰਾ ਫਰਜ਼ ਬਣਦਾ, ਮੈਂ ਕਿਸੇ ਦਾ ਨਹੀਂ ਭੇਜਿਆ ਪੁੱਜਿਆ। ਤੁਸੀਂ ਗੱਲ ਕੀਤੀ ਵੀ ਬਾਰਡਰ ਸਟੇਟ ਹੈ, ਤੁਸੀਂ ਇੱਕ ਗਾਇਕ ਹੋਣ ਦੇ ਨਾਲ ਇਹ ਜਿਹੜੀਆਂ ਗੱਲਾਂ ਨਾ ਵੀ ਉਹਨੇ ਭੇਜਿਆ ਇਹਨੇ ਭੇਜਿਆ, ਇਹ ਜਿਹੜੇ ਸਿਆਸੀ ਲੋਕ ਨਹੀਂ ਜਿਨ੍ਹਾਂ ਨੂੰ ਲੱਗਦਾ 2022 ਵਾਲਾ ਬਟੇਰਾ ਸਾਡੇ ਹੱਥ ਆ ਗਿਆ, ਉਹ ਚਾਹੁੰਦੇ ਇਹਨੂੰ ਲੜਾਈ ਨੂੰ ਵਧਾਇਆ ਜਾਏ, ਬੱਚਿਆਂ ਨੂੰ ਪ੍ਰਵੋਕ ਕੀਤਾ ਜਾਏ, ਬੱਚਿਆਂ ਨੂੰ ਨੌਜਵਾਨਾਂ ਨੂੰ ਖਾਸ ਤੌਰ ਤੇ ਇਨਸਟੀਗੇਟ ਕੀਤਾ ਜਾਏ। ਔਰ ਇਹਨਾਂ ਨੂੰ ਇਹ ਨਹੀਂ ਪਤਾ ਕਿ 2022 'ਚ ਤਾਂ ਜੇ ਟਾਈਮ ਆ, ਉਸ ਤੋਂ ਪਹਿਲਾਂ ਹੀ ਕਰੋਨਾ ਦੀ ਜਦ 'ਚ ਅਸੀਂ ਆ ਗਏ ਤਾਂ ਮਰਾਂਗੇ। ਜੇ ਕੋਈ ਬਾਹਰੋਂ ਕਿਸੇ ਬੰਦੇ ਨੇ ਸ਼ਰਾਰਤ ਕਰਤੀ ਫਿਰ ਤਾਂ ਸਾਂਭਿਆ ਹੀ ਨਹੀਂ ਜਾਣਾ ਮੁੜ ਕੇ। ਬੜੇ ਅਸੀਂ ਦੇਖੇ ਆ ਨਾ ਹਾਲਾਤ। ਜੀ ਮੈਂ ਇਦਾਂ ਦਾ ਟਾਈਮ ਦੇਖਿਆ, ਮਨ ਇਦਾਂ ਦਾ ਹੋ ਗਿਆ ਸੀ ਖਰੇ ਸ਼ਾਮ ਨੂੰ ਵਾਪਸ ਆਉਣਾ ਕਿ ਨਹੀਂ ਆਉਣਾ। ਹਰ ਬੰਦਾ ਇਹ ਸੋਚਦਾ ਹੁੰਦਾ ਸੀ। ਬੜੀ ਮੁਸ਼ਕਿਲ ਨਾਲ ਸ਼ਾਂਤੀ ਆਈ, ਇਹਨੂੰ ਸ਼ਾਂਤੀ ਨੂੰ ਬਰਕਰਾਰ ਰੱਖੋ। ਕਿਸੇ ਨੇ ਨਹੀਂ ਮੈਨੂੰ ਭੇਜਿਆ ਹੁੰਦਾ, ਮੇਰੇ ਸੁਭਾਅ ਇਦਾਂ ਦਾ, ਮੈਂ ਕਹਿ ਦੇਣਾ ਸੀ ਮੈਨੂੰ ਭੇਜਿਆ। ਮੈਂ ਨਾ ਤਾਲਮੇਲ ਕਮੇਟੀ ਦਾ ਮੈਂਬਰ ਆ, ਨਾ ਕਿਸੇ ਦਾ। ਮੇਰਾ ਆਪਣੀ ਜ਼ਮੀਰ ਨੇ ਮੈਨੂੰ ਭੇਜਿਆ, ਮੇਰੇ ਦਿਲ ਨੇ ਭੇਜਿਆ। ਮੇਰੇ ਤੋਂ ਬੜੇ ਸਿਆਣੇ, ਬੜੇ ਪਾਵਰਫੁਲ ਲੋਕ ਆ, ਉਹਨਾਂ ਨੂੰ ਉਹਨਾਂ ਦੀ ਪਾਵਰ ਤੇ ਸਿਆਣਪ ਮੁਬਾਰਕ, ਮੈਨੂੰ ਮੇਰਾ ਇਸ਼ਕ ਮੁਬਾਰਕ। ਤੁਸੀਂ ਗੱਲ ਕੀਤੀ ਵੀ ਬਾਰਡਰ ਸਟੇਟ ਹੈ, ਤੁਸੀਂ ਵੀ ਪਾਕਿਸਤਾਨ ਪਹਿਲਾਂ ਜਾਂਦੇ ਰਹੇ, ਉੱਥੇ ਦੇ ਗਵਈਆਂ ਨਾਲ ਵੀ ਤੁਹਾਡਾ ਰਾਬਤਾ ਹੋ ਸਕਦਾ ਹੋਵੇਗਾ ਵੀ। ਸੋ ਇਹ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਇੱਕ ਪਾਸੇ ਭਾਈਚਾਰਕ ਸਾਂਝ, ਇੱਕ ਪਾਸੇ ਉਹ ਜੰਗਨੁਮਾ ਮਾਹੌਲ, ਜਾਂ ਆਪਾਂ ਕਹਿ ਦਿੰਦੇ ਹਾਂ ਯਾਰ ਬਾਰਡਰ ਸਟੇਟ ਹੈ, ਕਿਤੇ ਸਾਡੇ ਲੋਕਾਂ ਨੂੰ ਵਰਗਲਾ ਨਾ ਲਿਆ ਜਾਵੇ। ਹਾਂਜੀ, ਬਸ ਮੈਂ ਉੱਧਰ ਬਹੁਤ ਗਿਆ। ਦਰਅਸਲ ਤਾਂ ਕਿਸਮਤ ਹੀ ਮਾੜੀ ਆ, ਜਦੋਂ ਵੀ ਨੁਕਸਾਨ ਹੋਇਆ ਪੰਜਾਬ ਦਾ ਹੀ ਹੋਇਆ। ਪਾਰਟੀਸ਼ਨ ਵੇਲੇ ਕਿਤਨੀ ਕਤਲੋ ਗਾਰਤ ਹੋਈ। ਮੁੰਡੇ ਵੀਡੀਓ ਬਣਾਉਂਦੇ ਆ, ਉਧਰ ਨਾਸਿਰ ਢਿੱਲੋਂ ਆ ਸਾਡਾ ਮਿੱਤਰ ਹੈ, ਉਹ ਬਣਾਉਂਦਾ, ਇੱਧਰ ਵੀ ਆਪਣੇ ਬੰਦੇ ਬਣਾਉਂਦੇ ਆ। ਜਿਹੜੇ ਉਧਰੋਂ ਇੱਧਰ ਆਏ, ਕਦੀ ਉਹਨਾਂ ਦੇ ਆਂਸੂਆਂ ਵੱਲ ਗੌਰ ਨਾ ਦੇਖੋ। ਜਿਹੜੇ ਇੱਧਰੋਂ ਉੱਧਰ ਉੱਜੜ ਕੇ ਗਏ ਉਹ, ਤੇ ਜਿਨ੍ਹਾਂ ਦੇ ਬਚਿਆ ਹੀ ਕੋਈ ਨਹੀਂ, ਪੂਰਾ ਜੀ ਮਾਰ ਦਿੱਤਾ। ਟ੍ਰੇਨਾਂ ਭਰੀਆਂ, ਉਦੋਂ ਵੀ ਪੰਜਾਬੀਆਂ ਦਾ ਨੁਕਸਾਨ। ਉੱਥੇ ਵੀ ਐਡੇ ਪਿਆਰੇ ਲੋਕ ਬੈਠੇ ਆ, ਲੇਕਿਨ ਆਵਾਮ ਤੋਂ ਕਹਿੰਦੀ ਬਾਰਡਰ ਖੋਲ੍ਹ ਦਿਓ, ਸਾਡੇ ਭਰਾ ਆ ਤੁਸੀਂ। ਲੇਕਿਨ ਉੱਥੇ ਦੀ ਜਿਹੜੀ ਸਿਆਸਤ ਆ ਜਾਂ ਕੋਈ ਆਰਮੀ ਸ਼ਾਰਮੀ ਆ, ਉਹ ਹੁਣ ਜੇ ਸਾਡੇ ਬੱਚਿਆਂ ਦੇ ਸਿਰ ਲਾ ਕੇ ਜਾਂ ਇੱਦਾਂ ਸਾਡੇ ਪਾਰਲੀਮੈਂਟ ਤੱਕ ਆ ਜਾਣਗੇ ਤੇ ਫਿਰ ਜਿੱਦਾਂ ਦਾ ਬੰਦਾ ਹੁੰਦਾ ਉੱਦਾਂ ਹੀ ਨਿਪਟਣਾ ਪੈਂਦਾ। ਇਹਨਾਂ ਨੂੰ ਨੱਥ ਇਹੋ ਹੀ ਪਾ ਸਕਦਾ ਸੀ, ਇਹਨੇ ਪਾਈ ਆ। ਇਸ ਤੋਂ ਪਹਿਲਾਂ ਉਹ ਬਹੁਤ ਜੁਰਤ ਕਰਦੇ ਹੁੰਦੇ ਸੀ ਬਿਨਾਂ ਗੱਲ ਤੋਂ, ਭਾਵੇਂ ਸਾਡੇ ਭਰਾ ਆ, ਪਰ ਉਹਨਾਂ ਦਾ ਨਹੀਂ, ਪਬਲਿਕ ਦਾ ਨਾ ਇੱਧਰਲੀ ਦਾ ਕਸੂਰ ਨਾ ਉੱਧਰਲੀ ਦਾ ਕਸੂਰ ਹੈ। ਪਰ ਸਰ ਤੁਸੀਂ ਕਿਹਾ ਵੀ ਇਹਨਾਂ ਨੇ ਨੱਥ ਪਾਈ ਹੈ, ਪਰ ਸਰਜੀਕਲ ਸਟ੍ਰਾਈਕ ਤਾਂ ਸਾਰੇ ਮੀਡੀਆ ਨੇ ਦਿਖਾ ਦਿੱਤਾ ਯਾਰ ਇੱਕ ਫੇਕ ਸੀ, ਜਾਂ ਲੋਕਾਂ 'ਚ ਗੱਲਾਂ ਹੋਣ ਲੱਗ ਗਈਆਂ ਵੀ ਜਾਣ ਕੇ ਪ੍ਰਸਾਰਿਆ ਜਾ ਰਿਹਾ ਹੈ, ਆਪਣੇ ਆਪ ਨੂੰ ਕਾਇਮ ਕਰਨ ਲਈ ਪ੍ਰਸਾਰਿਆ ਜਾ ਰਿਹਾ। ਚਲੋ ਆਪਣੇ ਅੱਜ ਇਹ ਰੈਲੇਵੈਂਟ ਨਹੀਂ। ਜੀ ਮੈਂ ਤਾਂ ਤੁਸੀਂ ਪੁੱਛਿਆ ਵੀ, ਮੈਂ ਤੁਹਾਨੂੰ ਇਹ ਦੱਸਿਆ ਵੀ ਲੋਕਾਂ ਦਾ ਕੋਈ ਕਸੂਰ ਨਹੀਂ ਹੁੰਦਾ, ਚਾਹੇ ਇੱਧਰ ਦੇ ਹੋਣ ਚਾਹੇ ਇੱਧਰ ਦੇ। ਇੱਕੋ ਹੀ ਬੋਲੀ ਆ, ਉਹ ਇੱਕੋ ਜਿਹਾ ਐਕਸੈਂਟ ਹੈ ਉਹਨਾਂ ਦਾ, ਇੱਕੋ ਜਿਹਾ ਹੀ ਖਾਣਾ ਆ, ਗਾਲਾਂ ਗੋਲਾਂ ਵੀ ਆਪਣੇ ਵਾਂਗੂ ਕੱਢਦੇ ਆ। ਮੈਂ ਜਦੋਂ ਪਹਿਲੀ ਵਾਰੀ ਜ਼ਿੰਦਗੀ 'ਚ ਗਿਆ ਬਾਰਡਰ ਕ੍ਰਾਸ ਕੀਤਾ ਤਾਂ ਉੱਥੇ ਹਲ ਵਾਹੁੰਦਾ ਸੀ ਬੰਦਾ, ਉਹਨੇ ਪ੍ਰੈਣੀ ਮਾਰੀ ਬੋਲ ਦੇ ਤੇ ਗਾਲ ਉਹੀ ਹੀ ਕੱਢੀ। ਤੇ ਮੈਂ ਕਿਹਾ ਦੱਸੋ ਰੱਬਾ, ਮੇਰੇ ਅੱਖਾਂ 'ਚ ਆਂਸੂ। ਮੈਂ ਯਾਰ ਇਹ ਕਿੰਨੀ ਲਕੀਰਾਂ ਖਿੱਚ ਦਿੱਤੀਆਂ। ਉਦੋਂ ਮੈਂ ਗਿਆ ਸੀ ਨਾ, ਇਹ ਪੰਜਾਬ ਵੀ ਮੇਰਾ ਹੈ, ਉਹ ਪੰਜਾਬ ਵੀ ਮੇਰਾ ਹੈ। ਹੁਣ ਕਿੱਥੇ ਗਾ, ਮੂਡ ਥੋੜ੍ਹੀ ਰਹਿ ਗਿਆ। ਮੈਂ ਕਿਹੜੀ ਮਸ਼ੀਨ ਆ, ਹੁਣ ਤਾਂ ਮਨ ਹੀ ਇੰਨਾ ਦੁਖੀ ਹੋ ਗਿਆ।
ਸੁਰ ਰੁੱਸ ਗਏ, ਆਰਟਿਸਟ ਚੰਗਾ ਥੋੜੀ ਲੱਗਦਾ ਇੰਨੀ ਟੈਨਸ਼ਨ 'ਚ ਮੈਂ ਗਾਉਂਦਾ। ਜੀ 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 ਸਰ, ਇੱਕ ਜਿਹੜਾ ਬਲਾਤਕਾਰ ਹੋਇਆ ਜੀ ਹਾਥਰਸ ਦੇ ਵਿੱਚ, ਉਹ ਲੜਕੀ ਨਾਲ ਬੜਾ ਤੁਸੀਂ ਦੇਖ ਰਹੇ ਹੋ ਕੈਂਡਲ ਮਾਰਚ ਹੋ ਰਹੇ ਨੇ, ਕਿਤੇ ਕੀ ਹੋ ਰਿਹਾ ਹੈ। ਸੋ ਇਸ ਘਟਨਾ ਨੂੰ ਹੰਸਰਾਜ ਹੰਸ ਕਿੱਦਾਂ ਦੇਖਦਾ ਹੈ? ਇਸ ਘਟਨਾ ਨੂੰ ਹੰਸਰਾਜ ਹੰਸ ਇੱਦਾਂ ਦੇਖਦਾ ਕਿ ਇੱਕ ਧੀ ਇੱਕ ਬੇਟੀ ਇਹ ਸਭ ਦੀਆਂ ਸਾਂਝੀਆਂ ਹੁੰਦੀਆਂ, ਲੇਕਿਨ ਇਹਦੇ 'ਤੇ ਵੀ ਜਦੋਂ ਸਿਆਸਤਾਂ ਹੁੰਦੀਆਂ ਨਾ, ਇੱਕ ਬੰਦੇ ਨੂੰ ਪਤਾ ਜਿਹਦੀ ਧੀ ਨਾਲ ਇਹ ਹੋਇਆ, ਜੋ ਜਿੰਨਾ ਜ਼ੁਲਮ ਹੋਇਆ ਇਹ ਉਸ ਧੀ ਨੂੰ ਪਤਾ ਆ। ਲੇਕਿਨ ਜਦੋਂ ਇਹ ਕਹਿੰਦੇ ਨਾ ਇਹ ਦਲਿਤਾਂ ਦੀ ਕੁੜੀ ਆ, ਇਹ ਫਲਾਨਿਆਂ ਦੀ ਕੁੜੀ, ਇਹ ਢਮਕਾਨਿਆਂ ਦੀ ਕੁੜੀ ਆ, ਉਹਦੇ 'ਤੇ ਫਿਰ ਜਾ ਕੇ ਸਿਆਸਤਾਂ ਕਰਦੇ ਆ ਕਿ ਹੁਣ ਦਲਿਤ ਵੋਟ ਬੈਂਕ ਪੱਕੀ ਹੋ ਗਈ ਆ, ਅਤੇ ਉਦੋਂ ਬੜੀ ਨਫ਼ਰਤ ਆਉਂਦੀ ਆ। ਮੈਂ ਜਿਹੜੇ ਕਾਰਾਂ ਕੂਰਾਂ ਚੱਕ ਕੇ ਭੱਜ ਪੈਂਦੇ ਫਟਾਫਟ ਲੀਡਰ ਨਾਲ ਵੱਡਾ ਕਾਫਲਾ ਲੈ ਕੇ, ਕਾਸ਼ ਉਹ ਕੁੰਡੀ ਲਾ ਕੇ 2 ਮਿੰਟ ਉਸ ਬੱਚੀ ਲਈ ਰੋ ਲੈਂਦੇ। ਔਰਤਾਂ ਲੀਡਰ ਵੀ ਆ, ਉਹ ਵੀ ਨਹੀਂ ਰੋਂਦੀਆਂ, ਉਹ ਵੀ ਤੁਰੀਆਂ ਫਿਰਦੀਆਂ। ਮੈਂ ਦੇਖਦਾ ਪਾਗਲਖਾਨਾ ਇਸ ਮੁਲਕ ਨੂੰ ਬਣਾਇਆ ਹੋਇਆ। ਉਸ ਬੱਚੀ ਨਾਲ ਰਿਲੇਟ ਕਰਕੇ ਦੇਖੋ, ਇਹ ਮੇਰੀ ਧੀ ਨਾ ਹੋਇਆ, ਤੁਹਾਨੂੰ ਤੁਹਾਡੇ ਹੌਸਲੇ ਕਿੱਦਾਂ ਪੈ ਜਾਂਦੇ ਉੱਥੇ ਜਾ ਕੇ ਇਸ ਤਰ੍ਹਾਂ ਡੈਮੋਨਸਟ੍ਰੇਟ ਕਰਨ ਦੇ। ਜੇ ਸਮਝਣ ਮੇਰੀ ਬੇਟੀ ਆ, ਜੇ ਇਹ ਸੋਚਦੇ ਕਿ ਹੁਣ ਫਸ ਗਈ ਫਲਾਨੀ ਗੌਰਮੈਂਟ, ਹੁਣ ਬਸ ਚੱਕ ਦਿਓ ਦਲਿਤ ਵੋਟ ਬੈਂਕ ਪੱਕੀ ਕਰ ਲਓ, ਉਹਨਾਂ ਨੂੰ ਪੈਸੇ ਕੋਈ ਦੇਈ ਜਾਂਦਾ, ਕੋਈ ਕੁਛ ਦੇਈ ਜਾਂਦਾ। ਦੱਸੋ ਕਿਸੇ ਦੀ ਧੀ ਦੀ ਇੱਜ਼ਤ ਲੁੱਟ ਕੇ ਤੁਸੀਂ ਪੈਸੇ ਦੇ ਰਹੇ ਹੋ, ਔਰ ਕਰੀਏ ਕਿ ਕਿੱਥੇ ਜਾਈਏ? ਪਾਗਲਖਾਨਾ ਇਹਨਾਂ ਨੇ ਬਣਾਤਾ ਮੁਲਕ ਨੂੰ, ਸਿਆਸਤਦਾਨਾਂ ਨੇ। ਆਉਣ ਵਾਲੇ ਸਮੇਂ 'ਚ ਜਦੋਂ ਜਿੱਦਾਂ ਘਟਨਾ ਹੋਈ ਸੀ ਹਾਥਰਸ ਦੀ, ਇੱਦਾਂ ਦੀ ਘਟਨਾ ਨਾ ਹੋਵੇ, ਪੁਲਿਸ ਨੇ ਰੁਕਣੀ ਆ। ਦੂਜੇ ਦਿਨ ਮੱਧ ਪ੍ਰਦੇਸ਼ ਹੋ ਗਈ, ਫਿਰ ਰਾਜਸਥਾਨ ਹੋ ਗਈ, ਉੱਧਰ ਗਏ ਨਹੀਂ, ਇੱਧਰ ਤੁਰੇ ਫਿਰਦੇ ਆ ਸਾਰੇ। ਇਹ ਸੋਚ ਲੈਂਦੇ ਇੱਥੇ ਇਹਦੀ ਸਰਕਾਰ ਹੈ, ਇੱਥੇ ਉਹਦੀ ਸਰਕਾਰ ਹੈ। ਉਸੇ ਟਾਈਮ ਹੀ ਸਪੌਂਟੇਨੀਅਸ ਹੀ ਠਾ ਕਰਕੇ ਗੋਲੀਆਂ ਮਾਰੀਆਂ ਹੁਣ ਇਹੋ ਜਿਹੇ ਬੰਦਿਆਂ ਦੇ, ਜੀ ਪਤਾ ਜਾਵੇ ਲੱਗ। ਇੱਥੇ ਤਾਂ ਕਹਿੰਦੇ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਅੱਕ ਗਏ। ਆਖੋ ਇਹਨਾਂ ਨੂੰ ਉਜੜੇ ਕਰੀ ਜਾਣ, ਹੁਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ? ਇਹ ਤਾਂ ਬੜਾ ਭੈੜਾ ਮੁਲਕ ਹੋ ਚੁੱਕਾ। ਇੱਥੇ ਤਾਂ ਕੀ ਕਰੇ ਇਕੱਲਾ ਪ੍ਰਧਾਨ ਮੰਤਰੀ? ਬਸ ਜਿਨ੍ਹਾਂ ਦਾ ਰਾਜ ਨਹੀਂ ਉਹਨਾਂ ਨੂੰ ਟਿਕਾ ਨਹੀਂ, ਉਹਨਾਂ ਨੇ ਦੂਸਰਿਆਂ ਨੂੰ ਬਦਨਾਮ ਕਰੀ ਜਾਣਾ ਹੁੰਦਾ, ਲਾਸ਼ਾਂ 'ਤੇ ਕਰੀ ਜਾਂਦੇ ਆ। ਉਸ ਬੇਟੀ ਨਾਲ ਜੋ ਹੋਇਆ ਤੁਹਾਨੂੰ ਪਤਾ, ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ, ਉਹਦੀਆਂ ਜੀਭ ਕੱਟ ਦਿੱਤੀ ਗਈ। ਔਰ ਉਸ ਬੇਟੀ ਇੱਦਾਂ ਦੀ ਬੇਟੀ ਨੇ ਕਿਸੇ ਨੇ ਬਦਦੁਆ ਦਿੱਤੀ, ਜਾਓ ਤੁਹਾਡਾ ਬੇੜਾ ਗਰਕ ਹੋ ਜਾਏ, ਤਦੇ ਕਰੋਨਾ ਆਇਆ। ਅਜੇ ਵੀ ਬੰਦੇ ਦਾ ਪੁੱਤ ਨਹੀਂ ਬਣ ਰਿਹਾ। ਇਹ ਕਾਸਟਿਜ਼ਮ, ਇਹ ਫਲਾਨੀ ਜਾਤ ਦਾ, ਢਮਕਾਨੀ ਜਾਤ ਦਾ, ਇਹ ਮੈਨ ਮੇਡ ਕਾਸਟਾਂ, ਗੋਡ ਮੇਡ ਨਹੀਂ। ਗੁਰੂ ਨਾਨਕ ਸਾਹਿਬ 10 ਗੱਦੀਆਂ ਸਾਨੂੰ ਸਮਝਾਉਂਦੇ ਰਹੇ, ਅਸੀਂ ਨਹੀਂ ਸਮਝੇ। ਰਾਮ ਉੱਥੇ ਝੂਠੇ ਬੇਰ ਖਾਦਾ ਭਿੜਨੀ ਦੇ, ਅਸੀਂ ਨਹੀਂ ਸਮਝੇ। ਕ੍ਰਿਸ਼ਨ ਬੇਦਰ ਦਾ ਸਾਗ ਖਾਣ ਚਲੇ ਗਿਆ, ਅਸੀਂ ਨਹੀਂ ਸਮਝੇ। ਜਗਤ ਗੁਰੂ ਉੱਥੇ ਕੋਧਰੇ ਦੀ ਰੋਟੀ ਖਾ ਰਿਹਾ, 36 ਪ੍ਰਕਾਰ ਦਾ ਭੋਜਨ, ਅਸੀਂ ਨਹੀਂ ਸਮਝੇ। ਬੰਦੇ ਦਾ ਪੁੱਤ ਬਣ ਹੀ ਨਹੀਂ ਰਿਹਾ, ਤਦੇ ਤਾਂ ਸਜ਼ਾਵਾਂ ਪਾ ਰਿਹਾ। ਉਹ ਕਹਿਣ ਨੂੰ ਅਸੀਂ ਕਹਿੰਦੇ ਨਾ ਗੱਲੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ, ਐਡਾ ਧਾਰਮਿਕ ਚੋਗਾ ਓੜਦੇ ਇਹ। ਹਰ 200 ਗਜ 'ਤੇ ਮੰਦਰ ਬਣਾਇਆ ਹੋਇਆ, ਮਸੀਤ ਬਣਾਈਆਂ, ਗੁਰੂ ਘਰ ਬਣੇ ਹੋਇਆ। ਇੱਕ ਵੀ ਬੰਦਾ ਚੱਜ ਨਾ ਉੱਤੇ 'ਤੇ ਅਮਲ ਕਰ ਲਵੇ, ਇਹ ਸੋਚੇ ਮੇਰੀ ਧੀ ਨਾ ਹੋਇਆ। ਪੋਲੀਟੀਸ਼ੀਅਨ ਵੀ ਸੋਚਣ, ਦੂਸਰੇ ਵੀ। ਦਿਲ ਕਰੂਗਾ ਕਾਫਲਾ ਲੈ ਕੇ ਜਾਣ ਦਾ? ਮੈਂ ਸਿਰਫ ਇੰਨਾ ਕੀ ਕਰ ਸਕਿਆ ਕਿ ਪਹਿਲਾਂ ਮੈਂ ਰੋਂਦਾ ਰਿਹਾ, ਦੇਖਦਾ ਰਿਹਾ। ਫਿਰ ਮੈਂ ਚਿੱਠੀ ਲਿਖੀ, ਤੜਕੇ ਉੱਠ ਕੇ ਯੋਗੀ ਸਾਹਿਬ ਨੂੰ ਫੋਨ ਕੀਤਾ, ਚਿੱਠੀ ਲਿਖੀ ਕਿ 2:30 ਵਜੇ ਸੰਸਕਾਰ ਕਿਉਂ ਹੋਇਆ, ਅਤੇ ਉਹਨਾਂ ਨੇ ਇੱਕਦਮ ਫਾਸਟ ਟਰੈਕ ਕੀਤਾ ਜੋ ਕਰ ਸਕਦੇ ਸੀ। ਇਹ ਤਾਂ ਕਹਿੰਦੇ ਬਸ ਇੱਕ ਵਾਰੀ ਹੁਣ ਦਬਾ ਲਓ ਬਸ ਪੂਰੀ ਤਰ੍ਹਾਂ। ਅਤੇ 140 ਕਰੋੜ ਬੰਦਾ ਜੀ, ਘਰ ਦੇ 4 ਜੀ ਨਹੀਂ ਸਾਂਭੇ ਜਾਂਦੇ। ਇਹਦੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਜਿਹੜਾ ਜ਼ਾਲਿਮ ਆ, ਜਿਹੜਾ ਕ੍ਰਿਮੀਨਲ ਆ, ਉਹਨੂੰ ਇਮੀਡੀਏਟਲੀ ਸਜ਼ਾ ਦੇ ਦਿਓ। ਸੋ ਦਰਸ਼ਕੋ, ਤੁਸੀਂ ਦੇਖ ਰਹੇ ਸੀ ਹੰਸਰਾਜ ਹੰਸ ਜਦੋਂ ਉਸ ਲੜਕੀ ਮਨੀਸ਼ਾ ਦੀ ਗੱਲ ਹੋਈ ਤਾਂ ਥੋੜ੍ਹੇ ਭਾਵੁਕ ਵੀ ਹੋ ਗਏ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਆਦਿੱਤਿਆਨਾਥ ਯੋਗੀ, ਉਹਨਾਂ ਨੂੰ ਚਿੱਠੀ ਵੀ ਲਿਖੀ। ਸੋ ਸਰ, ਜੇ ਆਪਾਂ ਇਸ ਗੱਲ ਤੋਂ ਵਾਪਸ ਆਪਾਂ ਪੰਜਾਬ ਵੱਲ ਆਈਏ, ਹੁਣ ਤੁਹਾਡਾ ਪੰਜਾਬ ਦੇ ਕਿਸਾਨਾਂ ਨਾਲ, ਤੁਸੀਂ ਕਿਹਾ ਮੇਰਾ ਪਿਆਰ ਹੈ, ਮੇਰਾ ਮੂੰਹ ਹੈ, ਉਹਨਾਂ ਨੂੰ ਕੀ ਕਹਿਣਾ ਹੈ? ਉਹਨਾਂ ਨੂੰ ਮਿਹਨਤ ਸ਼ਿਕਾਇਤ ਹੀ ਕਰ ਸਕਦੇ ਹਾਂ, ਸਮਝਾਉਣਾ ਕਿ ਇਹ ਬਹੁਤ ਸਮਝਦਾਰ ਹੈ। ਜੇ ਮੇਰੇ 'ਤੇ ਸ਼ੱਕ ਕਰਦੇ ਰਹਿਣਗੇ, ਮੈਂ ਆਪਣਾ ਜਾ ਕੇ ਉੱਥੇ ਮੈਂ ਅੱਗੇ ਇੱਥੋਂ ਉੱਜੜ ਕੇ ਚਲੇ ਗਿਆ ਦਿੱਲੀ, ਬੈਠਾ ਰਹੂੰਗਾ ਚੁੱਪ ਕਰਕੇ। ਇਹ ਸ਼ੱਕ ਦਾ ਇੱਕ ਮੰਨਦੇ ਹੋ ਵੀ ਮੈਨੂੰ ਬਹੁਤ ਭੈੜਾ ਲੱਗਦਾ ਜਿਹੜਾ ਮੇਰੇ 'ਤੇ ਸ਼ੱਕ ਕਰੇ। ਮੈਂ ਆਰਟਿਸਟ ਹਾਂ, ਮੈਂ ਸਿਆਸਤਦਾਨ ਨਹੀਂ ਗਾ ਬਾਲਾ। ਜਿੱਦਣ ਜਿਹਨੇ ਭੇਜਿਆ ਉਹ RSS ਨੇ ਭੇਜੋ, ਮੈਂ ਕਹੂੰਗਾ ਮੈਂ RSS ਦਾ ਨੁਮਾਇੰਦਾ ਬਣ ਕੇ ਆਇਆ। ਮੈਂ ਬਾਜਾਂ ਵਾਲੇ ਬਾਪੂ ਦਾ ਬੱਚੜੇ ਅਸੀਂ ਯਾਰ, ਅਸੀਂ ਉਹ ਗੈਰਤਮੰਦਾਂ ਦੇ ਔਲਾਦ ਹਾਂ। ਬਾਬਾ ਜੀਵਨ ਸਿੰਘ ਨੂੰ ਮੰਨਣ ਵਾਲੇ ਲੋਕ ਹਾਂ ਅਸੀਂ।
ਅਸੀਂ ਲਾਂਤੀ ਹਾਂ, ਅਸੀਂ ਐਸਾ ਪੜ੍ਹਦੇ ਨਾ ਕਰੀਏ। ਪਰ ਤੁਹਾਡਾ RSS ਨੇ ਜਾਂ ਦੂਸਰਿਆਂ ਨੇ ਵਿਗਾੜਿਆ ਕੀ ਹੈ? ਦੱਸੋ, ਜੇ ਵਿਗਾੜਦੇ ਆ ਤੇ ਤੁਸੀਂ ਇਨਸਿਕਿਉਰ ਇੰਨੇ ਕਿਉਂ ਆ? ਤੁਸੀਂ ਵੀ ਬਣੋ RSS ਵਰਗੇ। ਸਰ ਕੀ ਲੱਗਦਾ ਕਿਉਂ ਪ੍ਰਸਾਰਿਆ ਜਾਂਦਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਰਾਜਨੀਤਿਕ ਪਾਰਟੀਆਂ ਕਿਉਂ ਪ੍ਰਸਾਰਦੀਆਂ ਨੇ? ਸਭ ਤੋਂ ਪਹਿਲਾਂ ਜਦੋਂ ਕਿਸੇ ਕੌਮ ਨੂੰ ਕਿਸੇ ਵਰਗ ਲਾਉਣਾ ਹੋਵੇ ਨਾ, ਉਹਨੂੰ ਇਨਸਿਕਿਉਰ ਕਰ ਦੇਈਦਾ ਜੀ। ਜੇ ਕੋਈ ਚੱਜ ਦੀ ਗੱਲ ਕਰੇ ਨਾ, ਪੀਸ ਲਈ, ਉਹਨੂੰ ਕਹਦੇ ਇਹ RSS ਦਾ ਬੰਦਾ ਹੈ, ਇਹ ਤਾਂ ਮੋਦੀ ਦਾ ਚਮਚਾ ਹੈ, ਫਲਾਨਾ ਟਮਕਾਨਾ। ਮੋਦੀ ਨੇ ਭੇਜਿਆ, ਮੈਂ ਤਾਂ ਫਖਰ ਨਾਲ ਚਿੱਠੀ ਦਿਖਾऊं, ਆਹ ਦੇਖ ਲਓ ਪ੍ਰਾਈਮ ਮਿਨਿਸਟਰ ਨੇ, ਮੈਨੂੰ ਕਿਸੇ ਨੇ ਨਹੀਂ ਭੇਜਿਆ। ਐਵੇਂ ਹੀ ਬਸ ਖਿਆਲ ਆ ਗਿਆ ਕਿ ਚੱਲੀਏ ਯਾਰ। ਮੰਨਦੇ ਹੋ ਵੀ ਇਹ ਬਹੁਤ ਗੰਦੀ ਰਾਜਨੀਤੀ ਹੋ ਰਹੀ ਹੈ ਪੰਜਾਬ 'ਚ, ਜਿਹੜੀ ਇਹ ਇਲਜ਼ਾਮਾਂ ਦੀ ਰਾਜਨੀਤੀ? ਇਹ ਹੁਣ ਦੀ ਹੈ, ਸ਼ੁਰੂ ਤੋਂ ਹੀ ਆ। ਫਿਰ ਹੰਸਰਾਜ ਨਾਲ ਜ਼ਿਆਦਾ ਕਿਉਂ ਹੋ ਰਿਹਾ? ਕਿਉਂਕਿ ਕੁਝ ਕਲਾਕਾਰ ਵੀ ਕਹਿ ਰਹੇ ਨੇ, ਤੁਸੀਂ ਸੋਸ਼ਲ ਮੀਡੀਆ ਤੁਸੀਂ ਵੀ ਚਲਾਉਂਦੇ ਹੋਵੋਗੇ। ਮੈਂ ਨਹੀਂ ਚਲਾਉਂਦਾ ਸੋਸ਼ਲ ਮੀਡੀਆ ਨੂੰ, ਮੈਂ ਇਸ ਤਰ੍ਹਾਂ ਹੀ ਆ, ਮਾੜਾ ਮੋਟਾ ਚੁਗਲ ਝਾੜ ਜੀ ਮਾਰ ਲੈਣਾ। ਆਰਟਿਸਟ ਨਹੀਂ ਜ਼ਿਆਦਾ ਬੋਲਦੇ ਮੇਰੇ ਬਾਰੇ, ਮੇਰੇ ਬੱਚੇ ਹੀ ਆ, ਭਰਾ ਹੀ ਆ, ਔਰ ਮੈਂ ਉਹਨਾਂ ਨੂੰ ਥੈਂਕ ਯੂ ਵੀ ਕਹਿਣਾ, ਉਹਨਾਂ ਨੇ ਸਪੋਰਟ ਕੀਤਾ। ਮੈਂ ਉਹਨਾਂ ਨਾਲ ਕੋਈ, ਮੇਰਾ ਜਿਹੜਾ ਫਨਕਾਰ ਹੈ ਉਹਦੇ ਨਾਲ ਕਿਉਂ ਲੜਨਾ? ਉਹ ਤਾਂ ਰੱਬ ਦੇ ਭੇਜੇ ਜੀ ਆ। ਅਤੇ ਉਹਨਾਂ 'ਚ ਕੋਈ ਜੇ ਆਰਟਿਸਟ ਕਹਿੰਦਾ ਹੋਏਗਾ ਉਹ ਆਇਆ ਨਹੀਂ, ਅਤੇ ਉਹਨੂੰ ਨਾ ਸਮਝ ਹੋਏਗਾ। ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹਨੇ ਤਾਂ ਆਉਣਾ ਹੀ ਆਉਣਾ। ਪਹਿਲਾਂ ਰੰਧਾਵਾ ਜਾਂਦਾ ਹੁੰਦਾ, ਦਾਰਾ ਫੇਰ ਹੀ ਆਉਂਦਾ ਹੁੰਦਾ। ਜੀ 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 ਜੀ। ਅੱਛਾ ਸਰ, ਪੰਜਾਬ ਛੋਟੇ ਭਰਾ ਆ ਮੇਰੇ ਨਾਲ ਜੀ, ਮੇਰੇ ਕਹਿਣ ਦਾ ਭਾਵ ਆ ਪਹਿਲਾਂ ਛੋਟੇ ਭਰਾ ਆਉਂਦੇ ਹੁੰਦੇ। ਪੰਜਾਬ ਦੇ ਕਲਾਕਾਰ ਵੀ ਕਿਸਾਨਾਂ ਦੇ ਹੱਕ 'ਚ ਧਰਨਾ ਲਾ ਰਹੇ ਨੇ, ਜੇ ਕਿਤੇ ਤੁਹਾਨੂੰ ਬੁਲਾਉਣਗੇ ਤਾਂ ਤੁਸੀਂ ਜਾਓਗੇ? ਮੈਂ ਧਰਨੇ ਤੋਂ ਉਠਾਉਣ ਲਈ ਜਾਊਂਗਾ। ਜਾਓਗੇ? ਹਾਂ, ਉਠਾਉਣ ਲਈ, ਬੈਠਣ ਲਈ ਨਹੀਂ ਜੀ। ਆਓ ਚੱਲੀਏ, ਜਿਹਦੀ ਵਜ੍ਹਾ ਨਾਲ ਤੁਸੀਂ ਸੋਚਦੇ ਆ ਹੋਇਆ, ਦੱਸੀਏ ਤੇ ਸਹੀ ਉਹਨੂੰ ਜਾ ਕੇ। ਮੈਨੂੰ ਤਾਂ ਚੰਗਾ ਨਹੀਂ ਲੱਗਦਾ ਐਡੇ ਖੱਬੀ ਖਾਨ ਬੰਦੇ ਲੈਣਾ ਤੇ ਨੰਗੇ ਬੈਠੇ ਹੋਣ ਜੀ। ਬੁਰੀ ਗੱਲ ਹੈ, ਤਕਲੀਫ ਦੇ ਹੈ ਮੇਰੇ ਲਈ। ਸਰ ਤੁਸੀਂ ਇੰਨੇ ਪੁਰਾਣੇ ਗਾਇਕ ਹੋ, ਤੁਹਾਨੂੰ ਰਾਜ ਗਾਇਕ ਦੀ ਉਪਾਧੀ ਵੀ ਮਿਲੀ ਹੈ। ਤੁਹਾਡਾ ਇੱਕ ਬੜੇ ਮਿੱਤਰ ਨੇ ਤੁਹਾਡੇ, ਗੁਰਦਾਸ ਮਾਨ ਸਾਹਿਬ, ਉਹਨਾਂ ਬਾਰੇ ਵੀ ਸੋਸ਼ਲ ਮੀਡੀਆ 'ਤੇ ਬੜਾ ਪ੍ਰਸਾਰਿਆ ਜਾਂਦਾ ਵੀ ਉਹ ਮਾਂ ਬੋਲੀ ਦਾ ਪੁੱਤ ਹੁਣ ਨਹੀਂ ਆਇਆ। ਇਸ ਬਾਰੇ ਕੀ ਕਹਿਣਾ ਚਾਹੋਗੇ? ਉਸ ਬਾਰੇ ਦੇਖੋ, ਬਾਈ ਜੀ ਬਾਰੇ ਤਾਂ ਬਾਈ ਜੀ ਜਵਾਬ ਦੇ ਸਕਦੇ ਆ, ਅਤੇ ਉਹਨਾਂ ਨੂੰ ਤੁਸੀਂ ਪੁੱਛ ਲਿਓ। ਉਹ ਕਿਹੜਾ ਕੋਈ ਉੱਥੇ ਕੋਈ ਤੁਗਲਕਾਬਾਦ ਰਹਿੰਦੇ, ਇੱਥੇ ਹੀ ਹੋਣੇ ਕਿਤੇ ਜੀ। ਉਹਨਾਂ ਨੂੰ ਪੁੱਛ ਲਿਓ। ਮੇਰੇ ਪਰਸਨ ਟੂ ਪਰਸਨ ਮਜਬੂਰੀ ਬੰਦਿਆਂ ਨੂੰ ਪਤਾ ਹੁੰਦਾ ਜੀ। ਲੋਕਾਂ ਨੇ ਤੇ ਚਲੇ ਗਿਆ ਤਾਂ ਵੀ ਭੰਡਣਾ, ਨਾ ਗਿਆ ਤਾਂ ਵੀ ਭੰਡਣਾ। ਹੁਣ ਮੈਂ ਆ ਗਿਆ, ਕਹਿਣਗੇ RSS ਨੇ ਭੇਜਿਆ ਜੀ। ਕੀ ਕਰੀਏ ਲੋਕਾਂ ਦਾ ਜੀ? ਕਿੱਥੇ ਜਾਈਏ? ਕੀ ਕਰੀਏ ਇਹਨਾਂ ਲਈ? ਕਰਨ ਨੂੰ ਫਿਰ ਬੰਦੇ ਦਾ ਦਿਲ ਟੁੱਟ ਜਾਂਦਾ। ਉਹ ਤੁਸੀਂ ਮੇਰੇ ਤੇ ਕਰਦੇ ਹੋ, ਮੈਨੂੰ ਕੀ ਲਾਲਚ ਹੈ? ਇੱਥੋਂ ਚੰਗਾ ਰੂਹ ਨਾ 2 ਵਾਰੀ ਹਰਾਇਆ ਮੈਨੂੰ, ਮੈਂ ਫੇਰ ਭੱਜਾ ਹੀ ਆਉਣਾ ਇੱਥੇ। ਉਹ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਜਦੋਂ ਰਾਜ ਸਭਾ ਕੈਂਸਲ ਹੋਈ, ਕਿਹਨੇ ਹਾਂ ਦਾ ਨਾਰਾ ਮਾਰਿਆ? ਫਿਰ ਵੀ ਮੈਂ ਭੱਜਾ ਆਉਣਾ, ਮੇਰੇ ਆਪਣੇ ਆ। ਫਿਰ ਮੇਰੇ ਤੇ ਸ਼ੱਕ, ਮੇਰੇ ਕਿਰਦਾਰ ਤੇ ਸ਼ੱਕ ਕੌਣ ਕਰਦਾ? ਕਿਉਂ ਕਰੂਗਾ ਕੋਈ? ਕਿਹਨੂੰ ਮੈਂ ਕਿਹਨੂੰ ਹੱਕ ਹੈ ਕਿਸੇ ਦੇ ਕਿਰਦਾਰ ਤੇ ਹੱਕ? ਮੈਂ ਕੋਈ ਇੱਥੇ ਕੋਈ ਸਿਆਸਤ 'ਚ ਉਜੜਿਆ ਹੀ ਆ? ਮੈਂ ਕੋਈ ਅਰਬਾਂਪਤੀ ਬਣ ਗਿਆ? ਮੇਰੇ ਤਾਂ ਅਰਬਾਂਪਤੀ ਸੀਗਾ, ਮੈਂ ਕੰਗਾਲ ਹੋ ਗਿਆ ਮੈਂ ਇਹਦੇ ਵਿੱਚ ਆਉਂਦਾ। ਮੈਂ ਕੀ ਖੱਟਿਆ ਦੱਸੋ? ਮੈਂ ਜਾਂ ਤਾਂ ਇਹ ਹੋਵੇ, ਅੱਜ ਕੱਲ੍ਹ ਤਾਂ ਧੋ ਕੇ ਰੱਖ ਦੇਵੇ ਮੀਡੀਆ, ਕਿੰਨਾ ਸਟਰੋਂਗ ਹੈ। ਚੈੱਕ ਕਰੋ, ਜਿੱਦਣ ਮੈਂ ਸਿਆਸਤ 'ਚ ਆਇਆ ਸੀ ਉਦੋਂ ਮੇਰੀ ਕੀ ਪੋਜੀਸ਼ਨ ਸੀ ਤੇ ਅੱਜ ਕੀ ਹੈ। ਫਾਈਨੈਂਸ਼ੀਅਲੀ ਸਿਰਫ ਚੈੱਕ ਕਰੋ। ਪੂਰਾ ਹਿੰਦੁਸਤਾਨ 'ਚ ਬੰਦਾ, ਪੰਜਾਬ 'ਚ ਵੀ ਇੱਕ ਬੰਦਾ ਉਂਗਲ ਖੜੀ ਕਰਕੇ ਕਹਿ ਦੇ ਹੰਸਰਾਜ ਹੰਸ ਨੇ ਕੰਮ ਕਰਾਇਆ, 1 ਰੁਪਈਆ ਲਿਆ। ਮੈਂ 1 ਰੁਪਈਏ ਦੀ ਗੱਲ ਕਰਦਾ ਜੀ 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 ਜੀ। ਮੇਰੇ ਤੇ ਸ਼ੱਕ ਕਰਦੇ ਯਾਰ, ਤੁਸੀਂ ਕਿਉਂ ਕਰਦੇ ਹੋ? ਮੇਰੇ ਸੀਨੇ 'ਚ ਦਰਦ ਆ। ਮੈਂ ਕਹਿੰਦਾ ਕੋਈ ਜਦੋਂ ਹਿਸਟਰੀ ਲਿਖੀ ਜਾਵੇ, ਕਹਿਣ ਨਾ ਉੱਥੇ ਆਪ ਤਾਂ ਦਿੱਲੀ ਬਹਿ ਗਿਆ ਸੀ ਜਾ ਕੇ, ਮੁੜ ਕੇ ਵੜਿਆ ਹੀ ਨਹੀਂ। ਸਰ ਇਹ ਮੰਨਦੇ ਹੋ ਵੀ ਸਿਆਸਤਦਾਨਾਂ ਦੀ ਛਵੀ ਇੰਨੀ ਖਰਾਬ ਹੋ ਗਈ ਹੈ ਕਿ ਉਸ ਕਰਕੇ ਜੇ ਕੋਈ ਇੱਕਾ ਦੁੱਕਾ ਵਧੀਆ ਇਨਸਾਨ ਵੀ ਹੈ ਤਾਂ ਵੀ ਉਹ ਵੀ ਵਿੱਚ ਆ ਜਾਂਦਾ। ਸਾਰਿਆਂ ਨੂੰ ਇੱਕ ਰਸੇ ਥੋੜੀ ਕਰਨਾ ਚਾਹੀਦਾ। ਸਿਆਸਤਦਾਨ ਸਾਰੇ ਹੀ ਥੋੜੀ ਮਾੜੇ ਹੁੰਦੇ ਆ। ਸਿਆਸਤਦਾਨ ਬੰਦੇ ਦਾ ਕਿਰਦਾਰ ਥੋੜੀ ਕਰਪਟ। ਬੰਦਾ ਮੰਦਿਰ 'ਚ ਵੀ ਕਰਪਟ ਹੈ, ਗੁਰਦੁਆਰੇ 'ਚ ਵੀ ਕਰਪਟ ਹੈ, ਮਸਜਿਦ 'ਚ ਵੀ ਕਰਪਟ ਹੈ। ਇਮਾਨਦਾਰ ਕੋਠੇ ਤੇ ਬਿਠਾ ਦਿਓ, ਉੱਥੇ ਜਾ ਕੇ ਇਬਾਦਤ ਕਰਦਾ ਦਿਓ। ਬੁੱਲੇ ਸ਼ਾਹ 12 ਸਾਲ ਕੋਠੇ ਤੇ ਰਿਹਾ ਕੰਜਰੀਆਂ ਦੇ ਵਿੱਚ। 12 ਸਾਲ ਬਾਅਦ ਉਹਦੇ ਪੁੱਛਿਆ ਕੁੜੀਆਂ ਨੇ, ਬੁੱਲਿਆ ਤੂੰ ਵਾਕਿਆ ਸਜਦਾ ਦਾ ਮੁੰਡਾ? ਸਜਦਾ? ਕਹਿੰਦਾ ਮਰ ਜਾਣੀਓ, ਮੈਂ ਤੁਹਾਡੇ ਕੱਪੜੇ ਵੀ ਧੋਂਦਾ ਸੀ। ਸਿੱਖਣਾ ਜਿਉਂ ਸੀ ਆਪਣੇ ਗੁਰੂ ਨੂੰ ਖੁਸ਼ ਕਰਨ ਲਈ, ਮੁਰਸ਼ਿਦ ਨੂੰ ਖੁਸ਼ ਕਰਨ ਲਈ। ਮੈਂ ਤੁਹਾਡੇ ਕੱਪੜੇ ਧੋਂਦਾ, ਤੁਹਾਡੇ ਸਾਰੇ ਕੰਮ ਕਰਦਾ, ਤਾਂ ਥੱਕ ਜਾਂਦੀਆਂ ਸੀ, ਮਰ ਜਾਣੀਓ। ਮੈਂ ਤੁਹਾਡੇ ਲੱਤਾਂ ਗੋਡੇ ਵੀ ਮੇਰੀ ਨਜ਼ਰ ਕਦੀ ਨਾਪਾਕ ਦੇਖੀ? ਮੇਰੀ ਨਜ਼ਰ ਵਿੱਚ ਕਦੀ ਵਾਸਨਾ ਦੇਖੀ? ਕਹਿੰਦੀ ਬੁੱਲਿਆ ਵਾਕਿਆ 12 ਸਾਲ ਨਹੀਂ ਦੇਖੀ। ਕਹਿੰਦਾ ਮੈਂ ਸੈਯਦ ਹਾਂ, ਮੇਰਾ ਨਾਮ ਅਬਦੁੱਲੋ ਸ਼ਾਹ ਕਾਦਰੀ ਆ, ਮੇਰਾ ਗੁਰੂ ਰੁੱਸ ਗਿਆ ਸੀ।
ਕਿਰਦਾਰ ਕੋਠੇ ਤੇ ਵੀ ਉਸੇ ਤਰ੍ਹਾਂ ਦਾ ਰਹਿੰਦਾ। ਕਰਪਟ ਬੰਦਾ ਮੰਦਰ 'ਚ ਵੀ ਕਰਪਟ ਹੈ। ਸਿਆਸਤਦਾਨ ਭੈੜੇ ਹੋਣਗੇ, ਭੈੜੇ ਜਿਨ੍ਹਾਂ ਨੇ ਪਾਰਟੀਸ਼ਨ ਕਰਾਈ ਆ, ਹੋਣਗੇ ਭੈੜੇ ਜਿਨ੍ਹਾਂ ਨੇ ਬਲੂ ਸਟਾਰ ਕਰਾਇਆ, ਹੋਣਗੇ ਭੈੜੇ ਜਿਹੜੇ ਦੰਗੇ ਕਰਾਉਣ ਦੇ ਆ। ਜਿਹੜੇ ਬੰਦੇ ਚੱਜਦੇ ਉਹਨਾਂ ਨੂੰ ਐਪਰੀਸ਼ੀਏਟ ਕਰੋ। ਇੱਕੋ ਰੱਸੇ ਕਿਉਂ ਲਗਾਈ ਜਾਂਦੇ ਹੋ? ਵਾਏ ਕੀ ਕਸੂਰ ਹੈ? ਫਿਰ ਉਹ ਚੁੱਪ ਕਰ ਜਾਂਦੇ, ਦਿਲ ਟੁੱਟ ਜਾਏਗਾ। ਉਹ ਕਹਿਣਗੇ ਭਰਾਵਾ ਆਪਣਾ ਮੌਜ ਕਰੋ, ਅਸੀਂ ਆਪਣਾ ਦੇਖਦੇ ਹਾਂ। ਕਈ ਬੰਬੇ ਗਏ ਬੰਦੇ ਮੁੜ ਕੇ ਪਰਤੇ ਨਹੀਂ, ਤੁਸੀਂ ਕੀ ਕਰ ਲਿਆ ਉਹਨਾਂ ਦਾ? ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹੰਸਰਾਜ ਹੰਸੀ ਸਾਡੀਆਂ ਗੱਲਾਂ ਦਾ ਬੇਬਾਕੀ ਨਾਲ ਜਵਾਬ ਦੇ ਰਿਹਾ। ਇੱਕ ਦੋ ਪ੍ਰਸ਼ਨ ਮੇਰੇ ਹੋਰ ਨੇ ਸਰ। ਅਗਲਾ ਪ੍ਰਸ਼ਨ ਹੈ, ਤੁਸੀਂ ਅਕਾਲੀ ਦਲ 'ਚ ਵੀ ਰਹੇ ਹੋ ਕੁਝ ਸਮਾਂ, ਕਾਂਗਰਸ 'ਚ ਵੀ ਰਹੇ ਹੋ। ਜਿੱਦਾਂ ਤੁਸੀਂ ਮੈਨੂੰ ਕਿਹਾ ਵੀ ਪੰਜਾਬ ਮੈਨੂੰ ਮੇਰਾ ਘਰ ਜਾਪਦਾ ਹੈ, ਹੁਣ ਤੁਸੀਂ ਬੀਜੇਪੀ 'ਚੋਂ, ਇੱਦਾਂ ਹੀ ਪਾਰਟੀਆਂ 'ਚੋਂ ਤੁਹਾਨੂੰ ਆਪਣੇ ਘਰ ਦੀ ਪਾਰਟੀ ਕਿਹੜੀ ਲੱਗਦੀ ਹੈ ਜੀ? ਬਸ ਮੈਂ ਸਰਵ ਸਾਂਝਾ ਬੰਦਾ ਸਾਰਿਆਂ ਦੀ ਸੇਵਾ ਕਰਨੀ ਮੇਰੀ ਕਿਸਮਤ ਸੀਗੀ। ਸਾਰੇ ਦਲਾਂ ਦੁਲਾਂ 'ਚ ਮੈਂ ਗਿਆ ਜੀ, ਤੇ ਦਲ 'ਚੋਂ ਫਿਰ ਮੈਂ ਨਿਕਲ ਵੀ ਗਿਆ। ਵਾਹ ਜੀ ਵਾਹ। ਤੇ ਬਸ ਮੈਂ ਬਾਕੀ ਮੇਰੇ ਕਿਸੇ ਪ੍ਰਤੀ ਨਾ ਰੰਜਿਸ਼ ਹੈ, ਨਾ ਮੈਂ ਨਫ਼ਰਤ ਭਰਿਆ ਲਫ਼ਜ਼ ਕਿਸੇ ਨੂੰ ਕਹਿ ਸਕਦਾ। ਮੇਰੇ ਲਈ ਉਦੋਂ ਵੀ ਸਤਿਕਾਰਯੋਗ ਸੀ, ਹੁਣ ਵੀ ਸਤਿਕਾਰਯੋਗ ਹੈ ਸਾਰੇ। ਲੇਕਿਨ ਮੈਂ ਸਾਰੀਆਂ ਪਾਰਟੀਆਂ ਨੂੰ ਇਹ ਜ਼ਰੂਰ ਮਿਹਨਤ ਪਾਉਣਾ, ਆਪਣੀ ਪਾਰਟੀ ਨੂੰ ਵੀ, ਕਿ 2022 ਦਾ ਫਿਕਰ ਨਾ ਕਰੋ, ਅੱਜ ਦਾ ਫਿਕਰ ਕਰੋ। ਅੱਜ ਦੇ ਕੰਡੇ ਬੀਜੇ, ਕੰਡੇ ਹੀ ਉੱਗਣੇ ਆ। ਅੱਜ ਫੁੱਲ ਬੀਜੋ, ਮੁਹੱਬਤ ਦਾ ਬੀਜ ਬੀਜੋ, ਕੱਲ ਨੂੰ ਮੁਹੱਬਤ ਇਕੱਠੀ ਕਰ ਲਿਓ। ਵਾਹ ਜੀ ਵਾਹ। ਇੰਨੀ ਮੁਹੱਬਤ ਵੰਡਣ ਵਾਲਾ ਇਨਸਾਨ ਜਦੋਂ ਆਪਦੇ ਬਾਰੇ ਇਹ ਚੀਜ਼ਾਂ ਸੁਣਦਾ ਹੈ ਤਾਂ ਲਾਜ਼ਮੀ ਹੈ ਬੰਦੇ ਨੂੰ ਗੁੱਸਾ ਆਉਂਦਾ ਹੈ। ਫਿਰ ਆਪਣੇ ਆਪ ਤੇ ਕੰਟਰੋਲ ਕਿੱਦਾਂ ਕਰਦੇ ਹੋ? ਗੁੱਸਾ ਮੈਂ ਕਰ ਕੀ ਸਕਦਾ? ਕਹਿੰਦਾ ਕੀ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਲਿਖਿਆ। ਅੱਛਾ ਜੀ। ਕਹਿੰਦਾ ਬਸ ਸਾਡਾ ਵਸ ਨਹੀਂ ਉਹ ਚੱਲਦਾ, ਬਸ ਸਾਡਾ ਵਸ ਨਹੀਂ ਉਹ ਚੱਲਦਾ, ਕੀ ਅਸਾਂ ਦਾ ਹੋਣਾ, ਲਿੱਸੇ ਦਾ ਕੀ ਜ਼ੋਰ ਮੁਹੰਮਦਾ, ਨੱਸ ਜਾਣਾ ਜਾਂ ਰੋਣਾ। ਵਾਹ ਜੀ ਵਾਹ। ਦੇਖੋ ਕਿਆ ਸ਼ਾਇਰੀ ਆ। ਬਸ ਸਾਡਾ ਵਸ ਨਹੀਂ ਜੋ ਚੱਲਦਾ, ਕੀ ਇਹ ਅਸਾਂ ਦਾ ਹੋਣਾ, ਲਿੱਸੇ ਦਾ ਕੀ ਜ਼ੋਰ ਮੁਹੰਮਦਾ, ਨੱਸ ਜਾਣਾ ਜਾਂ ਰੋਣਾ। ਸਾਡੇ ਫਕੀਰਾਂ ਨੂੰ ਕੋਈ ਸਮਝ ਹੀ ਨਹੀਂ ਸਕਿਆ ਅੱਜ ਤਾਈਂ ਦੁਨੀਆ 'ਚ। ਜਿਹੜੇ ਮਰਜ਼ੀ ਜਿੱਥੇ ਮਰਜ਼ੀ ਜਹਾਨ 'ਚ ਚਲੇ ਜਾਣ, ਕਿਉਂਕਿ ਆਪ ਮਸ਼ਕੂਕ ਜੈ, ਸ਼ੱਕੀ ਜੈ, ਕਰੈਕਟਰਲੈਸ ਜੈ ਲੋਕ ਆ। ਉਹਨਾਂ ਨੂੰ ਉੱਦਾਂ ਦੇ ਜਿੱਦਾਂ ਦਾ ਚਸ਼ਮਾ ਉੱਦਾਂ ਦੀ ਦੁਨੀਆ ਨਜ਼ਰ ਆਉਂਦੀ ਜੀ। ਕਰੀਏ ਕੀ, ਕਿੱਥੇ ਜਾਈਏ? ਤਦੇ ਤਾਂ ਬੁੱਲੇ ਨੇ ਕਿਹਾ ਚੱਲ ਚੱਲੀਏ ਦੁਨੀਆ ਦੇ ਉਸ ਨੁਕਰੇ ਜਿੱਥੇ ਬੰਦਾ ਨਾ ਬੰਦੇ ਦੀ ਜ਼ਾਤ ਹੋਵੇ। ਉਹਨੇ ਦੁਖੀ ਹੋ ਕੇ ਕਿਹਾ ਹੋਏਗਾ। ਮਹਾਰਾਜ ਪੂਰੀ ਦੁਨੀਆ 'ਚ ਪੈਦਲ ਤੁਰੇ ਜਗਤ ਗੁਰੂ ਨਾਨਕ ਸਾਹਿਬ, ਤੇ ਉਹਨਾਂ ਨੂੰ ਜੀਂਦੇ ਜੀ ਕਿੰਨੇ ਕੁ ਉਹਨਾਂ ਨੂੰ ਲੋਕ ਕਰਦੇ ਸੀ। ਅਸੀਂ ਕਿਹੜੇ ਬਾਗ ਦੀ ਮੂਲੀ ਆ? ਅਸੀਂ ਤਾਂ ਕੱਖ ਵੀ ਨਹੀਂ, ਦੁਨੀਆਦਾਰ ਗ੍ਰਸਤੀ ਗੁਨਾਹਗਾਰ ਲੋਕ ਆ। ਇਹਨਾਂ ਨੇ ਤਾਂ ਰੱਬ ਦੀ ਇੱਜ਼ਤ ਨਹੀਂ ਕੀਤੀ। ਰੱਬ ਖੁਦ ਹਿਊਮਨ ਬੋਡੀ 'ਚ ਆਇਆ ਸੀ, ਖੁਦ ਖੁਦਾ। ਇਹਨਾਂ ਨੇ ਉਹਨਾਂ ਨੂੰ ਰੋਲ ਦਿੱਤਾ। ਮੁਹੰਮਦ ਸਾਹਿਬ ਦਾ ਦੰਦ ਤੋੜਤਾ ਸੀ, ਉਹ ਮੱਕੇ ਤੋਂ ਮਦੀਨੇ ਜਾਣਾ ਪਿਆ ਉਹਨਾਂ ਨੂੰ। ਕ੍ਰਾਈਸਟ ਨੂੰ ਇਹਨਾਂ ਨੇ ਐਡੇ ਪਿਆਰੇ ਬੰਦੇ ਨੂੰ, ਐਡੇ ਸੋਹਣੇ ਬੰਦੇ ਨੂੰ ਕ੍ਰੋਸ ਤੇ ਚੜਾਤਾ। ਸੁਕਰਾਤ ਵਰਗੇ ਬੰਦੇ ਨੂੰ ਜ਼ਹਿਰ ਪਿਲਾਤੀ। ਤਾਂ ਇਹ ਤਾਂ ਤਦੇ ਤਾਂ ਫਕੀਰ ਕਹਿੰਦੇ ਮਿਹਨਤ ਕਰੋ, ਇਸ ਗੰਦਖਾਨੇ 'ਚ ਤੁਹਾਨੂੰ ਦੁਬਾਰਾ ਆਉਣਾ ਨਾ ਪਵੇ। ਗੰਦਖਾਨਾ ਇਹ। ਮੰਨਦੇ ਹੋ ਇਹ ਕਦੀ ਸਹੀ ਹੋ ਸਕਦਾ ਸਿਸਟਮ? ਇਹ ਸਿਸਟਮ ਸਹੀ ਤਾਂ ਹੋ ਸਕਦਾ ਜੇ ਕਿਸੇ ਮਹਾਂਪੁਰਸ਼ ਦੀ, ਕਿਸੇ ਚੰਗੇ ਬੰਦਿਆਂ ਦੇ ਮਗਰ ਲੱਗਣ ਔਰ ਪਹਿਲਾਂ ਆਪਣਾ ਆਪ ਸਾਫ਼ ਕਰਨ, ਤਾਂ ਕਿ ਇਹਨਾਂ ਨੂੰ ਸਾਰੇ ਸਾਫ਼ ਨਜ਼ਰ ਆਉਣ। ਆਪ ਕਰਪਟ ਹੈ, ਸਾਰੇ ਕਰਪਟ ਇਹਨਾਂ ਨੂੰ ਨਜ਼ਰ ਆਉਂਦੇ ਆ। ਉਹ ਮਹਾਂਪੁਰਖ ਤੁਸੀਂ ਕਿਹਨੂੰ ਮੰਨਦੇ ਹੋ? ਕੋਈ ਵੀ ਆਏਗਾ, ਕੋਈ ਨਾ ਆਏ। ਪਹਿਲੇ ਜਿਹੜੇ ਆਏ ਉਹ ਪੁਰਾਣੇ ਹੋ ਗਏ। ਗੁਰੂ ਗ੍ਰੰਥ ਸਾਹਿਬ ਪੜ੍ਹਨ ਜੀ, ਉਹਨਾਂ ਨੇ ਕਿਹਾ ਨਹੀਂ। ਮੈਨੂੰ ਪੁੱਛਦੇ ਸੀ ਕਰਪਸ਼ਨ ਕਿੱਦਾਂ ਖਤਮ ਹੋ ਸਕਦੀ? ਮੈਂ ਕਿਹਾ ਮਹਾਰਾਜ ਦਾ ਬਾਣੀ ਰੋਜ਼ ਸੁਣਦੇ ਆ ਅਸੀਂ, ਸੁਣਦੇ ਜ਼ਰੂਰ ਆ, ਮੰਨਦੇ ਥੋੜ੍ਹੀ ਆ। ਉਹਦੇ ਵਿੱਚ ਲਿਖਿਆ ਤਾਂ ਹੈ ਆਸਾਂ ਪਰਬਤ ਜਿਹੜੀਆਂ ਮੌਤ ਤਣਾਵਾਂ ਹੇਠ। ਉਹਦੇ ਵਿੱਚ ਲਿਖਿਆ ਤਾਂ ਹੈ ਨਾਨਕ ਜੀਵ ਤੇ ਅਮਰ ਰਹੀਏ। ਉਹਨਾਂ ਨੇ ਕਿਹਾ ਨਹੀਂ ਮਾਨਸ ਕੀ ਜ਼ਾਤ ਸਭ ਹੈ ਇੱਕਾ ਪਹਿਚਾਨੋ। ਇੱਥੇ ਹਰ ਗੁਰਦੁਆਰੇ ਦੇ ਸਾਹਮਣੇ ਜ਼ਾਤ ਲਿਖੀ ਹੋਈ ਹੈ। ਇਹ ਚੌਥਾ ਪੌੜਾ ਤੇ ਪੰਜਵਾਂ ਪੌੜਾ ਤੇ ਇੱਥੇ ਹੈ। ਬੁਰੀ ਹਾਲਤ ਹੈ। ਜਿੰਨੀ ਦੇਰ ਕਾਸਟਿਜ਼ਮ ਆ, ਊਚ ਨੀਚ ਆ, ਛੂਤ ਛਾਤ ਆ, ਨਫ਼ਰਤ ਆ, ਜ਼ਾਤਾਂ ਨੇ, ਉਨੀ ਦੇਰ ਮੁਹੱਬਤ ਕਿੱਥੋਂ ਆ ਜਾਏਗੀ? ਤੇ ਉਹ ਮਹਾਂਪੁਰਸ਼ਾਂ ਨੇ ਦੇਖੋ ਕਿੱਡੀਆਂ ਸੋਹਣੀਆਂ ਗੱਲਾਂ। ਹੁਣ 10 ਗੱਦੀਆਂ ਦਾ ਨਿਚੋੜ ਕੀ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਣ ਲੱਗੇ ਕੀ ਕਹਿ ਗਏ? ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕੁਛ ਹੋਰ ਨਹੀਂ ਕਹਿ ਸਕਦੇ ਜੀ ਜੀ ਜੀ। ਉਹ ਇਹ ਨਹੀਂ ਕਹਿ ਸਕਦੇ ਜਿਹਨੇ ਛਿਲੇ ਕੀਤੇ, ਜਿਹਨੇ ਪਾਠ ਕੀਤਾ ਰੱਬ ਪਾਇਓ। ਉਹਨੇ ਕਿਹਾ ਪ੍ਰੇਮ ਪਹਿਲਾਂ। ਉਹਦਾ ਪਾਠ ਵੀ ਉਹਦਾ ਮਨਜ਼ੂਰ ਹੈ ਜਿਹਦੇ ਹਿਰਦੇ 'ਚ ਪ੍ਰੇਮ ਹੈ। ਜਿਹਦੇ ਹਿਰਦੇ 'ਚ ਹੰਕਾਰ ਆ, ਭਾਵੇਂ ਸਾਰਾ ਕੁਰਾਨ ਸ਼ਰੀਫ ਯਾਦ ਕਰ ਲਓ, ਗੁਰੂ ਗ੍ਰੰਥ ਸਾਹਿਬ ਯਾਦ ਕਰ ਲਓ ਜੀ, ਗੀਤਾ ਪੜ੍ਹ ਲਓ,
ਹਾਂ ਸੀ ਸਵਾਲ ਮੇਰਾ ਜੀ, ਤੁਹਾਨੂੰ ਪਤਾ ਜੀ ਪੰਜਾਬ ਦੇ ਹਾਲਾਤ ਕੀ ਨੇ, ਹਰ ਪਾਸੇ ਸਰਕਾਰੀ ਦਫ਼ਤਰਾਂ ਦੇ ਵਿੱਚ ਲੋਕਾਂ ਨੂੰ ਰੋਲਣਾ ਖੋਲ੍ਹਣਾ ਪੈਂਦਾ ਹੈ ਜੀ, ਪੁਲਿਸ ਥਾਣਿਆਂ 'ਚ ਬੇਇੱਜ਼ਤ ਹੋਣਾ ਪੈਂਦਾ ਹੈ, ਕਿਸੇ ਵੀ ਮਹਿਕਮੇ 'ਚ ਚਲੇ ਜਾਓ ਗੱਲ ਕਰ ਲਓ, ਹਰ ਪਾਸੇ ਬੇਈਮਾਨੀ ਅਤੇ ਰਿਸ਼ਵਤ ਦਾ ਬੋਲਬਾਲਾ ਹੈ। ਕੀ ਇਸ ਸੰਬੰਧੀ ਤੁਸੀਂ ਗੱਲ ਕਦੀ ਪ੍ਰਧਾਨ ਮੰਤਰੀ ਸਾਹਿਬ ਨਾਲ ਕੀਤੀ ਹੈ ਵੀ ਸਾਡੇ ਪੰਜਾਬ ਦੇ ਆਹ ਹਾਲਾਤ ਨੇ, ਵੀ ਇਹਨਾਂ ਬਾਰੇ ਵੀ ਕੁਛ ਸੋਚਿਆ ਜਾਵੇ? ਪ੍ਰਧਾਨ ਮੰਤਰੀ ਨਿਆਣਾ, ਉਹ ਤਾਂ ਸਾਰੀ ਦੁਨੀਆ ਦੇਖੋ ਉਹਨਾਂ ਨੂੰ ਮੰਨਦੀ ਹੈ। ਮੇਰਾ ਗਰੀਬ ਦੀ ਸੁਜੈਸ਼ਨ ਜਿੱਦਾਂ ਦੀ ਮੇਰੇ ਲੈਂਦੇ ਉਦਾਂ ਦਾ ਉਹਨੇ ਲੈਣੀ ਹੈ। ਨਹੀਂ ਜੇ ਪਤਾ ਫਿਰ ਕਰਦੇ ਕਿਉਂ ਨਹੀਂ ਕੁਛ? ਨਹੀਂ ਮੈਂ ਕਰਦੇ, ਪਤਾ ਹੈ ਉਹਨਾਂ ਨੂੰ ਕੀ ਕਰਨ, ਬੰਦੇ ਆਪ ਨਹੀਂ ਬੰਦੇ, ਤੇ ਉਹਨੇ ਕਿਹਾ ਸਵੱਛ ਭਾਰਤ ਰੱਖੋ। ਇੱਥੇ ਲੀਡਰ ਇਦਾਂ ਦੇ ਆ, ਲੋਕ ਵੀ ਇਦਾਂ ਦੇ, ਆਪੇ ਪਹਿਲਾਂ ਗੰਦ ਪਾਉਂਦੇ, ਫਿਰ ਕੈਮਰੇ ਵਾਲਿਆਂ ਨੂੰ ਬੁਲਾਉਂਦੇ ਆ, ਆਹ ਦੇਖ ਲਓ ਜੀ ਸਵੱਛ ਭਾਰਤ ਕਰ ਰਹੇ ਆ। ਇਹ ਮੰਨਦੇ ਇੱਥੇ ਕਿਸੇ ਨੂੰ? ਇਹ ਫੋਟੋਆਂ ਸ਼ਾਇਦ ਉਹਨਾਂ ਦੀਆਂ ਵਾਇਰਲ ਹੋਈਆਂ ਸੀ ਜੀ। ਨਹੀਂ, ਸਾਰੇ ਲੀਡਰਾਂ ਦੀਆਂ ਹੋਈਆਂ ਸੀ, ਸਾਰੇ ਐਕਟਰਾਂ ਦੀਆਂ ਹੋਈਆਂ ਸੀ, ਵਿੱਚ ਸਾਡੇ ਵਰਗੇ ਵੀ ਸੀਗੇ ਝਾੜੂ ਫੇਰਦੇ ਉੱਥੇ ਆਪਣਾ ਪਾਰਲੀਮੈਂਟ 'ਚ। ਇਹ ਸਾਰਾ ਦੁਨੀਆ ਜਾਣੀ ਕਿ ਝੂਠ ਦਾ ਬੋਲਬਾਲਾ ਜ਼ਿਆਦਾ ਹੋ ਗਿਆ। ਕਰੀਏ ਕੀ? ਜਿੱਦਣ ਸੱਚ ਆ ਗਿਆ ਉਦੋਂ ਸਤਜੁਗ ਆ ਜਾਏਗਾ। ਵਾਹ ਜੀ। ਕਲਯੁਗ ਜ਼ੋਰ ਫੜਦਾ ਜਾ ਰਿਹਾ, ਤਦੇ ਤਾਂ ਬੇਟੀਆਂ ਨਾਲ ਇਹ ਕੁਛ ਹੋ ਰਿਹਾ। ਜੇ ਇਸ ਘਰ ਵਿੱਚ ਔਰਤ ਨਾਲ ਡਿਸਕ੍ਰਿਮੀਨੇਸ਼ਨ ਹੈ, ਜੇ ਇਸ ਦੇਸ਼ ਵਿੱਚ ਔਰਤਾਂ ਨਾਲ ਇੱਦਾਂ ਹੁੰਦਾ, ਬੇਟੀਆਂ ਨਾਲ ਇਸ ਤਰ੍ਹਾਂ ਹੁੰਦਾ, ਉੱਥੇ ਬੰਬ ਸ਼ੰਬ ਫਿਰ ਚੱਲਦੇ ਹੁੰਦੇ ਆ ਜੀ। ਅੱਛਾ, ਤੁਸੀਂ ਗੱਲ ਕੀਤੀ ਵੀ ਜਿਹੜੇ ਤਾਂ ਆਪਾਂ ਕਿਸਾਨੀ ਦੀ ਗੱਲ ਕਰੀਏ, ਜਿਹੜੇ ਤਾਂ ਵੱਡੇ ਜ਼ਿਮੀਂਦਾਰ ਨੇ, ਹਜ਼ਾਰ ਕਿੱਲਾ ਜਿਨ੍ਹਾਂ ਕੋਲ ਜ਼ਮੀਨ ਹੈ, ਉਹਨਾਂ ਨੂੰ ਤਾਂ ਸ਼ਾਇਦ ਕੋਈ ਫਰਕ ਨਹੀਂ ਪਵੇਗਾ। ਜਿਹੜੇ ਵਿਚਾਰੇ 2-2 2.5 ਕਿੱਲੇ ਵਾਲੇ, 5-5 ਕਿੱਲੇ ਵਾਲੇ ਨੇ, ਉਹਨਾਂ ਦੇ ਹਾਲਾਤ ਮਾੜੇ ਹੋ ਜਾਣਗੇ। ਸੋ ਇਸ ਚੀਜ਼ ਨੂੰ ਕਦੀ ਗੱਲ ਕੀਤਾ ਯਾਰ ਉਹਨਾਂ ਨੇ ਕਿਸ ਤਰੀਕੇ ਦੀਆਂ ਜ਼ਮੀਨਾਂ ਜਾਇਦਾਦਾਂ ਬਣਾ ਲਈਆਂ? ਜੇ ਬਣ ਗਈਆਂ ਤਾਂ ਕੀ ਉਹ ਗਰੀਬਾਂ ਦਾ ਸਾਥ ਦੇ ਰਹੇ ਨੇ, ਆਮ ਬੰਦੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ ਰਹੇ ਨੇ? ਕਿਤੇ ਇਸ ਬਾਰੇ ਨਹੀਂ ਸੋਚਿਆ ਹੰਸਰਾਜ ਹੰਸ ਨੇ? ਮੈਂ ਕੀ ਸੋਚਣਾ, ਮੇਰੀ ਕੌਣ ਮੰਨਦਾ? ਤੁਸੀਂ ਆਪੇ ਤੇ ਦੱਸਿਆ ਕਿ ਲੋਕੀ ਟੋਲ ਪਲਾਜ਼ੇ ਲੱਗੇ, ਆਹ ਗੱਲਾਂ ਕਾਨਾ ਫੂਸੀ ਕਰ ਰਹੇ ਕਿ ਉਹਨਾਂ ਨੇ ਭੇਜਿਆ, ਇਹਨਾਂ ਨੇ ਭੇਜਿਆ। ਇਹ ਆਪ ਹੀ ਬੰਦੇ ਬਣਨ, ਜਿਹਦੀ 1000 ਏਕੜ ਹੈ ਉਹ 100-200 ਰੱਖ ਕੇ ਬਾਕੀ ਵੰਡਣ, ਗਰੀਬ ਜੱਟਾਂ 'ਚ ਵੰਡਣ। ਸੀਰੀ ਜੱਦੀ ਪੁਸ਼ਤੀ ਕੰਮ ਕਰਦੇ ਰਹੇ, ਉਹਨਾਂ ਨੂੰ ਕਹਿਣਾ ਮਰਿੰਡਾ ਹੈ 2-2 4 ਏਕੜ ਉਹਨਾਂ ਨੂੰ ਵੰਡਣ, ਇੱਥੇ ਹੀ ਰਹਿ ਜਾਣੀ ਧਰਤੀ ਕੋ ਨਾਲ ਲੈ ਜਾਣੀ ਇਹਨਾਂ ਨੇ। ਕੋਈ ਚੱਦਰ ਹੈ ਲਪੇਟ ਕੇ, ਚੱਦਰ ਵੀ ਕਿੱਥੇ ਜਾਂਦੀ, ਨੰਗਾ ਆਉਂਦਾ ਨੰਗਾ ਹੀ ਜਾਂਦਾ। ਇੰਨੀ ਕਿ ਸਵਾਹ ਬਚਦੀ ਆ, ਵਗਾ ਕੇ ਮਾਰਦੇ ਨਹਿਰ 'ਚ ਲੋਕੀ, ਮੁੜ ਕੇ ਦਾਰੂ ਪੀ ਰਹੇ ਹੁੰਦੇ, ਚੱਲ ਚੰਗਾ ਹੋਇਆ ਬੁੜਾ ਗਿਆ ਹੁਣ। ਅੱਛਾ, ਜਿਹੜੇ ਲੋਕ ਇਦਾਂ ਦੀਆਂ ਰਾਜਨੀਤਿਕ ਬੰਦੇ ਖਾਸ ਤੌਰ ਤੇ ਗੱਲਾਂ ਆਮ ਲੋਕਾਂ 'ਚ ਪ੍ਰਸਾਰਦੇ ਨੇ, ਉਹਨਾਂ ਨੂੰ ਕੀ ਸੁਜੈਸ਼ਨ ਹੈ? ਬਸ ਬਿਹਤਰ ਇਨਸਾਨ ਬਣੋ, ਆਪ ਸ਼ਾਂਤ ਰਹੋ, ਤੇ ਇਹ ਕਮਰਾ ਵੀ ਸ਼ਾਂਤ ਹੋ ਜਾਏਗਾ, ਤੁਹਾਡੇ ਦੋਸਤ ਵੀ ਸ਼ਾਂਤੀ ਮਹਿਸੂਸ ਕਰਨਗੇ, ਤੁਹਾਡੇ ਕੋਲੋਂ ਪੋਜ਼ਿਟਿਵ ਵਾਈਬਸ ਆਉਣੀਆਂ ਸ਼ੁਰੂ ਹੋ ਜਾਣਗੀਆਂ। ਜੇ ਤੁਸੀਂ ਬਿਹਤਰ ਇਨਸਾਨ ਨਹੀਂ ਤੇ ਜਿੱਥੇ ਜਾਓਗੇ ਮਾਹੌਲ ਨੂੰ ਖਰਾਬ ਕਰੋਗੇ। ਮੇਰੀ ਇਹੀ ਬੇਨਤੀ ਆ। ਰਾਜ ਭਾਗ ਕਈਆਂ ਦੇ ਆਏ, ਐਡੇ ਡਿਕਟੇਟਰ ਹੋ ਕੇ ਚਲੇ ਗਏ, ਐਡੇ ਬਾਦਸ਼ਾਹ ਹੋ ਕੇ ਚਲੇ ਗਏ, ਅੱਜ ਕਬਰ ਨੂੰ ਕੋਈ ਠੋਕਰ ਨਹੀਂ ਮਾਰਦਾ। ਔਰੰਗਜ਼ੇਬ ਨੇ ਖੁਦ ਹੀ ਕਿਹਾ ਸੀ, ਮੈਂ ਐਡੇ ਭੈੜੇ ਖੋਟੇ ਕਰਮ ਕਰ ਬੈਠਾ, ਮੇਰੀ ਕਬਰ ਉੱਥੇ ਬਣਾਇਓ ਜਿੱਥੇ ਕਦੀ ਛਾਂ ਵੀ ਨਾ ਹੋਵੇ, ਜਿੱਥੇ ਪਾਣੀ ਦਾ ਨਲਕਾ ਵੀ ਨਾ ਲਾਇਓ, ਮੇਰੀ ਇਹੀ ਸਜ਼ਾ ਆ। ਸੋ ਇਸ ਕਰਕੇ ਸੱਜਣੋ, ਮਿੱਤਰੋ, ਪਿਆਰਿਓ, ਜੇ ਗੁਰੂਆਂ ਪੀਰਾਂ ਨੂੰ ਮੰਨਦੇ ਹੋ ਤੇ ਫਿਰ ਇੱਧਰ ਤੁਰੋ, ਜੇ ਆਪਣੇ ਮਨ ਦੀ ਮੰਨਦੇ ਹੋ ਤੇ ਫਿਰ ਤਾਂ ਮਨ ਦੀ ਮੰਨ ਕੇ ਤਾਂ ਦੁਨੀਆ ਨਰਕ ਬਣੀ ਹੋਈ ਹੈ। ਮਾਲਕ ਨੇ ਤਾਂ ਪੈਰਾਡਾਈਜ਼ ਬਣਾ ਕੇ ਦਿੱਤਾ। ਮਾਲਕ ਨੇ ਤੈਨੂੰ, ਇਨਸਾਨ ਨੂੰ, ਅਸ਼ਰਫੁਲ ਮਖਲੂਕਾਤ ਕਿਹਾ ਕਿ ਸੁਪਰ ਕ੍ਰੀਏਸ਼ਨ ਆਫ ਗੋਡ ਹੈ ਜੀ। ਮਾਲਕ ਨੇ ਤੇ ਇੱਥੋਂ ਤੱਕ ਕਿਹਾ ਕਿ ਹਿਊਮਨ ਬੋਡੀ ਇਜ਼ ਟੈਂਪਲ ਆਫ ਲਿਵਿੰਗ ਗੋਡ। ਮੰਨਦਾ ਕੌਣ ਹੈ? ਉਹ ਇੱਟਾਂ ਪੱਥਰਾਂ ਦੇ ਮੰਦਰਾਂ ਨੂੰ ਸਾਫ਼ ਕਰੀ ਜਾਣਗੇ ਤੇ ਇੱਥੇ ਗੰਦ ਪਾਈ ਜਾਣਗੇ। ਜਿਹੜਾ ਅਸਲੀ ਮੰਦਰ ਆ, ਅਸਲੀ ਮੰਦਰ ਆ, ਇੱਥੋਂ ਰਿਅਲਾਈਜੇਸ਼ਨ ਕਰਕੇ, ਇੱਥੋਂ ਮਾਲਕ ਨੂੰ ਮਿਲ ਕੇ ਖੁਦ ਖੁਦਾ ਹੋ ਸਕਦੇ ਤੁਸੀਂ ਜੀ। ਹਾਂ ਜੀ, ਮੇਰਾ ਲਾਸਟ ਸਵਾਲ ਹੈ ਜੀ। ਮੈਂ ਕੁਝ ਪੋਲੀਟੀਸ਼ੀਅਨ ਦੇ ਨਾਮ ਲਵਾਂਗਾ, ਤੁਸੀਂ ਇੱਕ ਜਾਂ ਦੋ ਸ਼ਬਦਾਂ 'ਚ ਉਹਨਾਂ ਬਾਰੇ ਤੁਸੀਂ ਦੱਸਣਾ ਹੈ। ਮੇਰਾ ਪਹਿਲਾ ਨਾਮ ਹੈ ਜੀ ਨਰਿੰਦਰ ਮੋਦੀ। ਹਾਂਜੀ, ਦੱਸੋ ਇਹਦੇ ਬਾਰੇ 1-2 ਸ਼ਬਦਾਂ 'ਚ ਕੀ ਕਹਿਣਾ ਚਾਹੋਗੇ? ਜੇ ਮੈਂ 1 ਜਾਂ 2 ਸ਼ਬਦਾਂ 'ਚ। ਹੀ ਮੈਨ ਓਨੈਸਟ ਹੈ। ਰਾਹੁਲ ਗਾਂਧੀ, ਉਹਨਾਂ ਦੀ ਲਾਈਨ ਨਹੀਂ। ਅਰਵਿੰਦ ਕੇਜਰੀਵਾਲ। ਅਰਵਿੰਦ ਬਹੁਤ ਤਿੱਖਾ ਆਦਮੀ ਹੈ। ਅਗਲਾ ਨਾਮ ਹੈ ਜੀ ਪ੍ਰਕਾਸ਼ ਸਿੰਘ ਬਾਦਲ। ਐਕਟਰ ਹੈ ਮਤਲਬ ਅਰਵਿੰਦ ਕੇਜਰੀਵਾਲ, ਸਾਡੀ ਲਾਈਨ 'ਚ ਹੋਣਾ ਚਾਹੀਦਾ ਸੀ। ਜੀ। ਪ੍ਰਕਾਸ਼ ਸਿੰਘ ਬਾਦਲ ਵੱਡੇ ਆ, ਬਜ਼ੁਰਗ ਆ। ਕੈਪਟਨ ਅਮਰਿੰਦਰ ਸਿੰਘ ਮੁਹੱਬਤੀ ਬੰਦਾ। ਭਗਵੰਤ ਮਾਨ ਬਹੁਤ, ਹੀ ਇਜ਼ ਵੈਰੀ ਗੁੱਡ ਹਿਊਮਨ ਬੀਇੰਗ। ਕੀ ਅੱਜ ਉਹਨਾਂ ਨਾਲ ਗੱਲਬਾਤ ਹੋ ਜਾਂਦੀ ਹੈ ਭਗਵੰਤ ਨਾਲ? ਅਸੀਂ ਇਕੱਠੇ ਬੈਠਦੇ ਹੁੰਦੇ ਹਾਂ, ਇੱਥੇ ਆ ਕੇ ਟਾਰਾਂ ਸਾਰੇ ਮਾਰਦੇ, ਕਾਂਗਰਸੀ ਵੀ ਦੂਸਰੇ ਤੀਸਰੇ, ਅੰਦਰੋਂ ਸਾਡਾ ਢਿੱਡੋਂ ਬੜਾ ਪਿਆਰ। ਉੱਥੇ ਸੈਂਟਰਲ ਹਾਲ ਆ,
ਮੈਂ ਤਾਂ ਤੁਹਾਨੂੰ ਪਤਾ ਕਿ ਦੱਸ ਦੋਸੀ ਦਿਨਾਂ ਵੀਡੀਓ 'ਚ ਵੀ ਅਸੀਂ ਇਕੱਠੇ ਕਾਫੀ ਪੀਨੇ, ਕੋਈ ਨਫ਼ਰਤ ਨਹੀਂ ਸਾਡੇ ਮਨ 'ਚ, ਲੇਕਿਨ ਸਾਡੇ ਲੋਕ ਫੈਲਾਉਂਦੇ ਜ਼ਰੂਰ ਆ ਪੰਜਾਬ 'ਚ ਆ ਕੇ ਨਫ਼ਰਤ, ਇਹ ਵੱਖਰੀ ਗੱਲ ਆ ਜੀ। ਉਹੀ ਮੈਂ ਕਹਿ ਰਿਹਾ ਸੀ, ਹਾਂਜੀ, ਆ ਕੇ ਉਹ ਲੋਕਾਂ ਨੂੰ ਕਹਿੰਦੇ ਤੁਸੀਂ ਸਾਡੇ ਨਾਲ ਚਲੋ, ਤੁਸੀਂ ਸਾਡੇ ਨਾਲ ਚਲੋ। 2022 ਦਾ ਗਲਤ ਵੋਟਾਂ ਦੀ ਪ੍ਰੋਬਲਮ ਤਾਂ ਕੋਈ ਵੀ ਨਹੀਂ, ਉੱਥੇ ਤਾਂ ਕਾਫੀ ਸ਼ਾਫੀ ਆਪਣੇ ਪੀ ਰਹੇ ਹੁੰਦੇ ਬੜੇ ਮਜ਼ੇ ਨਾਲ। ਅਸੀਂ ਆ ਸਾਰੇ ਭਗਵੰਤ ਬੈਠਾ ਹੁੰਦਾ, ਆਪਣੇ ਅੰਮ੍ਰਿਤਸਰ ਵਾਲੇ ਜਿਹੜੇ ਆ MP ਸਾਹਿਬ ਉਹ ਬੈਠੇ ਹੁੰਦੇ ਆ, ਰਵਨੀਤ ਸਾਰੇ ਇਕੱਠੇ ਬੈਠੇ ਹੁੰਦੇ, ਸਦੀਕ ਸਾਹਿਬ ਆ ਜਾਂਦੇ ਕਈ ਵਾਰੀ। ਜੀ ਜੀ ਜੀ, ਉਹ ਤਾਂ ਸੀਨੀਅਰ ਆਰਟਿਸਟ ਵੀ ਆ ਜੀ, ਤੇ ਹੋਰ ਸਾਰੇ ਜਿੰਨੇ ਪੰਜਾਬੀ, ਮੈਂ ਤਾਂ ਲੱਭਦਾ ਹੁੰਦਾ ਉੱਥੇ ਵੀ ਛੱਡੋ ਪਾਰਟੀ ਬਾਅਦ ਚ ਦੇਖਾਂਗੇ ਪੰਜਾਬੀ ਕਿੱਧਰ ਬੈਠੇ ਆ। ਜੀ ਜੀ, ਭਾਵੇਂ ਮੈਨੂੰ ਲਾਈਕ ਕਰ ਨਾ ਲਾਈਕ, ਉਹਨਾਂ ਚ ਜਾ ਕੇ ਬਹਿ ਜਾਈਦਾ। ਅਗਲਾ ਨਾਮ ਹੈ ਜੀ ਸੁਖਬੀਰ ਬਾਦਲ। ਉਹ ਤਾਂ ਮੈਨੂੰ ਸਿਆਸਤ ਚ ਲਿਆਏ ਸੀ। ਵਿਕਰਮ ਮਜੀਠੀਆ, ਉਹ ਵੀ ਠੀਕ ਹੈ, ਹੀ ਇਜ਼ ਗੁੱਡ। ਤਰਨ ਚੁੱਗ ਕੱਲ ਉਹਨਾਂ ਨੂੰ ਮੁਬਾਰਕ ਹੋਵੇ, ਜਨਰਲ ਸੈਕਟਰੀ ਬਣਿਆ। ਸੁਖਪਾਲ ਖਹਿਰਾ ਜੀ ਲਈ ਵੀ ਅਰਦਾਸ ਹੈ। ਸਿਮਰਨਜੀਤ ਬੈਂਸ ਲੱਗੇ ਰਹਿੰਦੇ ਸੰਘਰਸ਼, ਉਹ ਵੀ ਕਰਦੇ ਆ। ਲਾਸਟ ਬਟ ਨਾਟ ਲੀਸਟ ਹੰਸਰਾਜ ਹੰਸ। ਇਹਨੂੰ ਗਾਉਂਦੇ ਰਹਿਣਾ ਚਾਹੀਦਾ ਸੀ, ਮਿਊਜ਼ਿਕ 'ਚ ਰਹਿਣਾ ਚਾਹੀਦਾ ਸੀ। ਕਿੰਨਾ ਨਾਲੇ ਨੋਟਾਂ ਦੀਆਂ ਪੰਡਾਂ ਇਕੱਠੀਆਂ ਕਰਦਾ ਸੀ, ਨਾਲੇ ਇੱਜ਼ਤ ਵੀ ਬੜੀ ਸੀ। ਤੇ ਚਲੋ ਕੋਈ ਨਹੀਂ, ਇਹ ਪਰਾਲਬਧ ਹੈ, ਇਹਨੂੰ ਕਹਿੰਦੇ ਆ ਡੈਸਟਨੀ। ਇਹ ਮੱਥੇ ਦੀਆਂ ਲਿਖੀਆਂ ਮੁੜਦੀਆਂ ਨੇ, ਇਹ ਮੇਰੇ ਕਿਸਮਤ 'ਚ ਸੀ। ਜਾਣੀ ਕਿ ਅੰਦਰੋਂ ਲੱਗਦਾ ਵੀ ਗਲਤ ਫੀਲਡ 'ਚ ਆ ਗਏ। ਨਹੀਂ, ਗਲਤ ਫੀਲਡ 'ਚ ਨਹੀਂ, ਅੰਦਰੋਂ ਇਹ ਲੱਗਦਾ ਕਿ ਪਰਾਲਬਧ ਸੀਗੀ। ਔਰ ਜੋ ਉਹਦਾ ਹੁਕਮ ਹੈ, ਜੇ ਰਾਜ ਕਰਾਵੇਂ ਤਾਂ ਤੇਰੀ ਉਪਮਾ, ਜੇ ਭੀਖ ਮੰਗਾਏ ਤਾਂ ਕਿਆ ਘਟ ਜਾਈ। ਇਹ ਗਜ਼ਾ ਹੀ ਕਰਦੇ, ਵੋਟਾਂ ਮੰਗਦੇ ਜਿਹੜੇ, ਭੀਖ ਹੀ ਮੰਗਦੇ, ਨਲੀਆਂ ਲੋਕਾਂ ਦੀਆਂ ਸਾਫ਼ ਕਰਦੇ ਜਾ ਕੇ। ਚਾਹ ਭੈੜੀ ਵੀ ਲੱਗੇ, ਕਹਿਣਾ ਬਹੁਤ ਸ਼ਾਨਦਾਰ ਚਾਹ। ਮੈਨੂੰ ਇਹ ਤਾਂ ਦੱਸੋ ਡੰਗਰ ਕਿਹੜੇ ਰੱਖੇ ਹੋਏ ਆ, ਇੱਕ ਵਾਰੀ ਮੈਨੂੰ ਫੇਰ ਬੁਲਾਇਓ, ਭਾਵੇਂ ਬਾਹਰ ਜਾ ਕੇ ਉਲਟੀ ਕਰ ਦੇਣ। ਜੀ। ਸੋ ਹਾਂ ਜੀ, ਤੁਸੀਂ ਕਿਹਾ ਮੈਨੂੰ ਗਾਉਂਦੇ ਰਹਿਣਾ ਚਾਹੀਦਾ ਸੀ। ਸੋ ਸਮਾਂ ਬਹੁਤ ਹੋ ਗਿਆ ਜੀ, ਤੁਹਾਡਾ ਹੋਰ ਸਮਾਂ ਨਹੀਂ ਲੈਣਾ। ਮੈਂ ਚਾਹੁੰਦਾ ਸੀ ਜਾਂਦੀ ਵਾਰ ਕੁਝ ਗਾ ਕੇ ਜ਼ਰੂਰ ਸੁਣਾ ਦਿੰਦੇ ਸਾਡੇ ਦਰਸ਼ਕਾਂ ਨੂੰ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ। ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ, ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ, ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ। ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ। ਵਾਹ ਜੀ, ਬਹੁਤ ਵਧੀਆ। ਸੋ ਜਾਂਦੀ ਵਾਰ ਕੋਈ ਮੈਸੇਜ ਕਿਸਾਨਾਂ ਨੂੰ ਤੇ ਆਮ ਲੋਕਾਂ ਨੂੰ? ਮੇਰਾ ਇਹੋ ਹੀ ਆ ਕਿ ਅਮਨੋ ਅਮਾਨ ਨਾਲ ਆਪਣਾ ਰੋਸ ਮਾਰਚ ਜਾਂ ਜੋ ਵੀ ਧਰਨਾ ਉਹ ਕਰੋ, ਤੇ ਅੱਬਲ ਤਾਂ ਜਲਦੀ ਕਮੇਟੀ ਬਣਾਓ, ਚਲੋ ਚੱਲੀਏ। ਉੱਥੇ ਕੋਈ ਮੁਗਲਾਂ ਦਾ ਰਾਜ ਨਹੀਂਗਾ। ਹੁਣ ਲੋਕਤੰਤਰ ਆ। PM ਵੀ ਆਪਾਂ ਬਣਾਉਂਦੇ, CM ਵੀ ਆਪਾਂ ਬਣਾਉਂਦੇ ਆ। ਜਾ ਕੇ ਆਪਾਂ ਗੋਸ਼ਟੀ ਕਰੀਏ, ਦੱਸੀਏ ਭਾਈ ਸਾਡਾ ਰਿਜ਼ਕ ਦਾਤਾ, ਸਾਡਾ ਅੰਨਦਾਤਾ, ਸਾਡਾ ਖੇਤੀ ਪ੍ਰਧਾਨ ਸਟੇਟ ਆ, ਤੁਸੀਂ ਭਲਾ ਕੀਤਾ ਸੀ, ਲੇਕਿਨ ਉਹਨਾਂ ਨੂੰ ਕੁਝ ਗੱਲਾਂ ਠੀਕ ਨਹੀਂ ਲੱਗੀਆਂ, ਉਹ ਠੀਕ ਕਰ ਦਿਓ, ਬਸ ਗੱਲ ਖਤਮ। ਸੋ ਹੰਸ ਜੀ, ਬਹੁਤ ਧੰਨਵਾਦ। ਸੋ ਦਰਸ਼ਕੋ, ਤੁਸੀਂ ਦੇਖ ਰਹੇ ਸੀ ਹੰਸਰਾਜ ਹੰਸ ਨੇ ਖੁੱਲ੍ਹ ਕੇ ਗੱਲਾਂ ਕੀਤੀਆਂ। ਇਹਨਾਂ ਨੇ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਤੁਸੀਂ ਮੇਰੇ ਕੋਲ ਆਓ, ਜਿਹੜੀਆਂ ਜਥੇਬੰਦੀਆਂ ਨੇ ਮੇਰੇ ਤੱਕ ਪਹੁੰਚ ਕਰਨ, ਤਾਂ ਜੋ ਮੈਂ ਉਹਨਾਂ ਨੂੰ ਨਰਿੰਦਰ ਮੋਦੀ ਜੀ ਨਾਲ ਮਿਲਾਵਾਂ। ਉਹਨਾਂ ਨੇ ਆਮ ਲੋਕਾਂ ਨੂੰ ਵੀ ਇਹ ਕਿਹਾ ਕਿ ਕਿਸੇ ਬਾਰੇ ਬਿਨਾਂ ਮਤਲਬ ਦੀਆਂ ਗੱਲਾਂ ਨਾ ਫੈਲਾਈਆਂ ਜਾਣ, ਕਿਉਂਕਿ ਹਰ ਇੱਕ ਇਨਸਾਨ ਨੂੰ ਦੁੱਖ ਲੱਗਦਾ ਹੈ। ਸੋ ਦਰਸ਼ਕੋ, ਤੁਹਾਨੂੰ ਅੱਜ ਦੀ ਗੱਲਬਾਤ ਕਿੱਦਾਂ ਲੱਗੀ ਇਹ ਜ਼ਰੂਰ ਦੱਸਣਾ। ਕੈਮਰਾਮੈਨ ਵਿਨੇ ਅਤੇ ਅਰਵਿੰਦਰ ਦੇ ਨਾਲ ਸੁਖ ਜਗਰਾਓਂ, ਸਾਂਝਾ TV ਲਈ ਜਲੰਧਰ ਤੋਂ। ਧੰਨਵਾਦ।